का खालसा वाहिगुरु जी की फतेह। सतगुर विटों वारिया जित मिलिया खसम संभालिया, जिन कर उपदेश ज्ञान अंजन दिया, इन्हीं नेत्री जगत निहालिया। इस पौड़ी दे नाल दो श्लोक ने। पहला श्लोक है नानक मेर शरीर का एक रथ एक रथवा, जिहदे विच युगां दी गल कीती गई है। दूसरा जिहड़ा श्लोक है वह भी गुरु नानक साहब सच्चे पातशाह जी का है। साम कहे से तंबर स्वामी, सच मैं आछै सच रहे। ਉਹਦੇ ਵਿੱਚ चार युगां ਦੇ ਵੇਲੇ ਜਿਹੜੇ ਜਿਹੜੇ ਅਵਤਾਰ ਮੰਨੇ ਜਾਂਦੇ ਰਹੇ ਨੇ, ਇਹ ਉਹਨਾਂ ਦੇ ਬਾਰੇ ਇਸ ਸ਼ਲੋਕ ਦੇ ਵਿੱਚ ਗੱਲ ਕੀਤੀ ਗਈ ਹੈ। ਹੁਣ ਸਤਿਗੁਰੂ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਜਿਸ ਵੇਲੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੂੰ ਸੰਪਾਦਿਤ ਕੀਤਾ ਹੈ ਤੇ ਇਸ ਪੌੜੀ ਦੇ ਨਾਲ ਉਹ ਦੋ ਸ਼ਲੋਕ ਦਿੱਤੇ ਨੇ। ਸ਼ਲੋਕ ਵੀ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੇ ਨੇ ਤੇ ਪੌੜੀ ਵੀ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੀ ਹੈ। ਜਿਹੜੇ ਸਤਿਗੁਰੂ ਦੀ ਵਾਰ ਹੋਵੇ ਉਸ ਸਤਿਗੁਰੂ ਦੀਆਂ ਪੌੜੀਆਂ ਹੁੰਦੀਆਂ ਨੇ ਵਾਰ ਦੇ ਵਿੱਚ। ਸ਼ਲੋਕ ਹੋਰ ਗੁਰੂ ਸਾਹਿਬਾਨ ਦੇ ਵੀ ਹੋ ਸਕਦੇ ਨੇ। ਆਸਾ ਦੀ ਵਾਰ ਦੇ ਵਿੱਚ ਹੀ ਤੁਸੀਂ ਵੇਖੋਗੇ ਕਿ ਗੁਰੂ ਅੰਗਦ ਸਾਹਿਬ ਮਹਾਰਾਜ ਜੀ ਦੇ ਸ਼ਲੋਕ ਆਉਂਦੇ ਨੇ, ਪਰ ਅਸੀਂ ਇਹ ਨਹੀਂ ਕਹਿੰਦੇ ਕਿ ਗੁਰੂ ਅੰਗਦ ਸਾਹਿਬ ਦੀ ਆਸਾ ਦੀ ਵਾਰ ਹੈ। ਵਾਰ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੀ ਹੀ ਹੈ। ਜਿਸ ਗੁਰੂ ਦੀਆਂ ਪੌੜੀਆਂ ਹੋਣ ਵਾਰ ਦੇ ਵਿੱਚ, ਉਸ ਗੁਰੂ ਦੇ ਨਾਂ ਦੇ ਉੱਤੇ ਉਹ ਵਾਰ ਹੁੰਦੀ ਹੈ। ਹਾਲਾਂਕਿ ਸਾਨੂੰ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਵਿੱਚ ਮਲਾਰ ਕੀ ਵਾਰ ਇੱਦਾਂ ਦੀ ਹੈ ਜਿਹਦੇ ਵਿੱਚ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਵੀ ਆਪਣੇ ਵੱਲੋਂ ਪੌੜੀਆਂ ਐਡ ਕੀਤੀਆਂ ਨੇ। ਉਹ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਸੰਪਾਦਕੀ ਦਾ ਵਿਸ਼ਾ ਹੈ। ਹੁਣ ਜਿਸ ਵੇਲੇ ਸਤਿਗੁਰੂ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੇ ਇਹ ਜਿਹੜਾ ਸ਼ਬਦ ਉਚਾਰਿਆ ਹੈ, ਪੌੜੀ ਛੰਦ ਦਾ ਨਾਮ ਹੈ, ਕਵਿਤਾ ਲਿਖਣ ਦਾ ਇੱਕ ਤਰੀਕਾ ਹੈ। ਹਜ਼ੂਰ ਕਹਿੰਦੇ ਨੇ ਸਤਿਗੁਰ ਵਿਟੋਂ ਵਾਰਿਆ ਜਿਤ ਮਿਲਿਆ ਖਸਮ ਸੰਭਾਲਿਆ। ਮੈਂ ਗੁਰੂ ਤੋਂ ਬਲਿਹਾਰ ਜਾਂਦਾ ਹਾਂ, ਵਾਰਿਆ ਜਾਂਦਾ ਹਾਂ, ਜਿਸ ਨੂੰ ਮਿਲਣ ਦੇ ਨਾਲ, ਜਿਸ ਨੂੰ ਮਿਲ ਕੇ ਤੇ ਦਾਤਾਰ ਕਹਿੰਦੇ ਨੇ ਖਸਮ ਸੰਭਾਲਿਆ। ਮੈਨੂੰ ਵਾਹਿਗੁਰੂ ਚੇਤੇ ਆਉਂਦਾ ਹੈ, ਮੈਨੂੰ ਰੱਬ ਚੇਤੇ ਆਉਂਦਾ ਹੈ। ਇਹ ਪਹਿਲੀ ਵਿਚਾਰ ਹੈ। ਸਤਿਗੁਰ ਵਿਟੋਂ ਵਾਰਿਆ ਜਿਤ ਮਿਲਿਆ ਖਸਮ ਸੰਭਾਲਿਆ। ਹੁਣ ਇਹ ਜਿਹੜੀ ਪੰਕਤੀ ਹੈ, ਇਹਨੂੰ ਸਮਝਣ ਦੇ ਲਈ ਸਾਨੂੰ ਜਿਹੜੇ ਪਿਛਲੇ ਦੋ ਸ਼ਲੋਕ ਨੇ ਉਹਨਾਂ ਨੂੰ ਫਿਰ ਇੱਕ ਵਾਰ ਸਮਝਣਾ ਪਵੇਗਾ। ਭਾਵੇਂ ਕਿ ਅਸੀਂ ਪਿਛਲੇ ਦੋਵਾਂ ਦਿਨਾਂ ਦੇ ਵਿੱਚ ਉਹਦੀ ਵਿਚਾਰ ਕੀਤੀ ਹੈ, ਤੇ ਮੈਂ ਫਿਰ ਵੀ ਬੇਨਤੀ ਕਰਾਂਗਾ ਕਿ ਆਪ ਜੀ ਨੇ ਸੁਣ ਜ਼ਰੂਰ ਲੈਣਾ, ਫਿਰ ਇਹ ਪੌੜੀ ਵਧੀਆ ਸਮਝ ਦੇ ਵਿੱਚ ਆਵੇਗੀ, ਕਿਉਂਕਿ ਇਹ ਪੌੜੀ ਉਹਨਾਂ ਸ਼ਲੋਕਾਂ ਤੋਂ ਅੱਗੇ ਦਿੱਤੀ ਹੋਈ ਹੈ। ਅਸਲ ਦੇ ਵਿੱਚ ਜਦੋਂ ਅਸੀਂ ਬੰਦਗੀ ਕਰਦੇ ਹਾਂ ਤੇ ਸਾਡੀ ਭਗਤੀ ਦਾ ਵਿਸ਼ਾ ਬਹੁਤੀ ਵਾਰ ਰੱਬ ਰਹਿ ਹੀ ਨਹੀਂ ਜਾਂਦਾ। ਅਸੀਂ ਕਰਦੇ ਰੱਬ ਦੇ ਨਾਂ ਦੇ ਉੱਤੇ ਹਾਂ, ਪਰ ਅਸਲ ਦੇ ਵਿੱਚ ਰੱਬ ਸਾਡਾ ਵਿਸ਼ਾ ਹੁੰਦਾ ਹੀ ਨਹੀਂ ਹੈ। ਇਸ ਗੱਲ ਨੂੰ ਸਮਝ ਲੈਣਾ। ਸਮੇਤ ਮੇਰੇ ਅਸੀਂ ਚਾਹੇ ਪੂਜਾ ਪਾਠ ਕਰਦੇ ਪਏ ਹਾਂ, ਚਾਹੇ ਸੇਵਾ ਕਰਦੇ ਪਏ ਹਾਂ, ਚਾਹੇ ਅਸੀਂ ਬੈਠ ਕੇ ਸਮਾਧੀਆਂ ਲਗਾਉਂਦੇ ਹਾਂ, ਕੁਝ ਵੀ ਧਾਰਮਿਕ ਕਰਮ ਕਰਦੇ ਹਾਂ, ਇਹ ਠੀਕ ਹੈ ਕਿ ਕਰ ਅਸੀਂ ਰੱਬ ਦੇ ਨਾਂ ਦੇ ਉੱਤੇ ਰਹੇ ਹੁੰਦੇ ਹਾਂ, ਪਰ ਅਸਲ ਦੇ ਵਿੱਚ ਕੋਸ਼ਿਸ਼ ਸਿਰਫ ਸਾਡੀ ਇਹ ਹੁੰਦੀ ਹੈ ਵੀ ਰੱਬ ਨੂੰ ਅਸੀਂ ਖੁਸ਼ ਕਿਵੇਂ ਕਰਨਾ ਹੈ, ਰੱਬ ਖੁਸ਼ ਕਿਵੇਂ ਹੁੰਦਾ ਹੈ ਬਸ। ਤੇ ਮੈਂਟੈਲਿਟੀ ਇਹ ਕਹਿੰਦੀ ਹੈ ਵੀ ਜੇ ਰੱਬ ਖੁਸ਼ ਹੋ ਗਿਆ ਤੇ ਫਿਰ ਸਾਡੇ ਆਖੇ ਲੱਗਣ ਲੱਗ ਪਵੇਗਾ, ਫਿਰ ਅਸੀਂ ਜੋ ਚਾਹੁੰਦੇ ਹਾਂ ਉਹ ਉਹਦੇ ਕੋਲੋਂ ਕਰਵਾ ਸਕਦੇ ਹਾਂ। ਸਾਡੀਆਂ ਬਹੁਤਿਆਂ ਦੀਆਂ ਅਰਦਾਸਾਂ, ਬਹੁਤਿਆਂ ਦੀ ਪਾਠ ਪੂਜਾ ਇਸ ਗੱਲ ਦੇ ਉੱਤੇ ਖੜੀ ਹੋਈ ਹੈ ਕਿ ਬਸ ਮੈਂ ਤਾਂ ਪਾਠ ਕਰਦਾ ਪਿਆ ਹਾਂ ਕਿ ਰੱਬ ਆਖੇ ਲੱਗਣਾ ਸ਼ੁਰੂ ਹੋ ਜਾਵੇ ਮੇਰੇ। ਇਹ ਸੁਣਨ ਨੂੰ ਥੋੜ੍ਹਾ ਜਿਹਾ ਔਖਾ ਲੱਗਦਾ ਹੈ, ਕਿਉਂਕਿ ਜਿਨ੍ਹਾਂ ਦੇ ਕੋਲ ਪੋਲੀਟੀਕਲ ਪਾਵਰ ਹੁੰਦੀ ਹੈ ਉਹਨਾਂ ਨੂੰ ਲੱਗਦਾ ਅਸੀਂ ਪੋਲੀਟੀਕਲ ਪਾਵਰ ਦੇ ਨਾਲ ਕੁਝ ਕਰ ਸਕਦੇ ਹਾਂ, ਤੇ ਜਿਹੜੇ ਥੋੜ੍ਹੇ ਜਿਹੇ ਮਜ਼ਲੂਮ ਹੁੰਦੇ ਨੇ ਉਹਨਾਂ ਦੇ ਮਨ ਦੇ ਵਿੱਚ ਇਹ ਖਿਆਲ ਹੁੰਦਾ ਵੀ ਅਸੀਂ ਰੱਬ ਦੀ ਤਾਕਤ ਦੇ ਨਾਲ ਦੁਨੀਆ ਦੇ ਉੱਤੇ ਗਲਬਾ ਪਾ ਲਵਾਂਗੇ। ਪ੍ਰੋਬਲਮ ਗਲਬਾ ਪਾਉਣ ਦੀ ਹੈ, ਇਹ ਨਹੀਂ ਕਿ ਇੱਦਾਂ ਹੁੰਦਾ ਨਹੀਂ ਹੈ, ਉਹ ਇੱਕ ਪਾਸਾ ਹੈ, ਆਸ ਹੋਣੀ ਚਾਹੀਦੀ ਹੈ। ਪਰ ਬੰਦਗੀ ਕਰਦਿਆਂ ਅਸਲ ਦੇ ਵਿੱਚ ਸਾਡੀ ਜ਼ਿੰਦਗੀ ਦੇ ਵਿੱਚੋਂ ਰੱਬ ਪਰੇ ਹੀ ਹੋ ਜਾਂਦਾ ਹੈ। ਜਿੱਥੋਂ ਤੱਕ ਮੇਰਾ ਖਿਆਲ ਹੈ, ਕਿਉਂਕਿ ਅਸੀਂ ਸਾਰੇ ਸਮਝਦੇ ਹੀ ਹਾਂ
ਬੜੇ ਵਿਰਲੇ ਨੇ ਜਿਹੜੇ ਦਿਲ ਤੋਂ ਇਸ ਗੱਲ ਨੂੰ ਮੰਗਦੇ ਨੇ ਵੀ ਵਾਹਿਗੁਰੂ ਮੈਨੂੰ ਤੂੰ ਚਾਹੀਦਾ ਹੈ। ਇਤਿਹਾਸ ਦੀ ਗੱਲ ਨੂੰ ਛੱਡ ਦਈਏ ਜੇ ਤੇ ਹੁਣ ਦੀਆਂ ਗੱਲਾਂ ਪੜ੍ਹ ਕੇ ਵੇਖੀਏ ਤੇ ਸਾਡੀ ਮੰਗ ਕੀ ਹੈ? ਮੰਗ ਰੱਬ ਤੇ ਹੈ ਹੀ ਨਹੀਂ ਹੈ ਸਾਡੀ। ਇਹ ਨਹੀਂ ਕਿ ਅਸੀਂ ਕਿਸੇ ਨੂੰ ਕਹਿੰਦੇ ਹਾਂ, ਅਸਲ ਦੇ ਵਿੱਚ ਵੇਖੋ ਸਾਡੀ ਮੰਗ ਸਿਰਫ ਇੱਥੇ ਕਿ ਜੇ ਆ ਵੀ ਕਾਰੋਬਾਰ ਵਧੀਆ ਚੱਲਦਾ ਰਵੇ ਤੇ ਬੱਚੇ ਵਧੀਆ ਪੜ੍ਹਦੇ ਰਹਿਣ, ਨੌਕਰੀਆਂ ਵਧੀਆ ਮਿਲ ਜਾਣ, ਘਰ ਦੇ ਵਿੱਚ ਕੋਈ ਲੜਾਈ ਨਾ ਹੋਵੇ, ਸੁੱਖ ਸ਼ਾਂਤੀ ਰਵੇ ਤੇ ਬੜਾ ਵਧੀਆ ਹੈ। ਅਸੀਂ ਇਸ ਨੂੰ ਧਾਰਮਿਕ ਜ਼ਿੰਦਗੀ ਦੇ ਦੁਆਰਾ ਸਹੀ ਕਰਨਾ ਚਾਹੁੰਦੇ ਹਾਂ। ਸਾਡਾ ਰੱਬ ਮੰਜ਼ਿਲ ਹੀ ਨਹੀਂ ਹੈਗੀ, ਅਸੀਂ ਉਸ ਪਾਸੇ ਜਾਣਾ ਵੀ ਨਹੀਂ ਚਾਹੁੰਦੇ ਵੀ ਛੱਡੋ ਪਰ ਜਦੋਂ ਸੁੱਖ ਆ ਗਿਆ ਫਿਰ ਅਸੀਂ ਰੱਬ ਕਰਨਾ ਵੀ ਕੀ ਹੈ। ਇਸੇ ਕਰਕੇ ਤੁਸੀਂ ਵੇਖਦੇ ਹੋਵੋਗੇ ਨਾ ਜੀ, ਜਿਹੜੇ ਉਹ ਤਾਂ ਕਦੀ ਪਾਠ ਵੀ ਨਹੀਂ ਕਰਦੇ ਤੇ ਰੱਬ ਨੇ ਸੁੱਖ ਬੜਾ ਦਿੱਤਾ ਹੈ। ਅਸਲ ਦੇ ਵਿੱਚ ਉਹਨੇ ਜੇ ਦੁੱਖ ਨੇ ਦਾਰੂ ਬਣਿਆ ਹੈ ਤੇ ਜੇ ਸੁੱਖ ਨੇ ਰੋਗ ਬਣਨਾ ਹੈ, ਕਿਤੇ ਕਿਤੇ ਤਾਂ ਬਣਦਾ ਵੀ ਹੈ। ਪਰ ਪ੍ਰੋਬਲਮ ਇਹ ਹੈ ਵੀ ਜਦੋਂ ਸੁੱਖ ਆ ਗਿਆ ਹੈ ਫਿਰ ਲੋਕ ਸੋਚਦੇ ਨੇ ਹੁਣ ਕੀ ਕਰਨਾ ਪਾਠ ਕਰਕੇ, ਕਿਉਂਕਿ ਪਾਠ ਤੇ ਇਸ ਕਰਕੇ ਕੀਤਾ ਜਾ ਰਿਹਾ ਸੀ ਵੀ ਸੁੱਖ ਆਵੇ, ਸੁੱਖ ਆ ਗਿਆ ਛੱਡੋ ਪਰਾਂ ਹੁਣ ਪਾਠ ਕੀ ਕਰਨਾ। ਸੇਵਾ ਇਸ ਕਰਕੇ ਕੀਤੀ ਜਾ ਰਹੀ ਸੀ ਵੀ ਸੁੱਖ ਆਵੇ, ਹੁਣ ਸੁੱਖ ਆ ਗਿਆ ਹੁਣ ਸੇਵਾ ਕਰਕੇ ਕੀ ਕਰਨਾ। ਇਸ ਕਰਕੇ ਇਹ ਗੱਲ ਬਹੁਤ ਬਰੀਕ ਜੀ ਹੈ, ਪਰ ਇਹ ਸਮਝਣ ਦਾ ਸਾਡਾ ਵਿਸ਼ਾ ਹੈ ਵੀ ਜਦੋਂ ਅਸੀਂ ਬੰਦਗੀ ਕਰਦੇ ਹਾਂ ਤੇ ਸਾਡੀ ਬੰਦਗੀ ਦਾ ਜਿਹੜਾ ਗੋਲ ਹੈ ਉਹ ਕੀ ਹੈ? ਉਹ ਵਾਹਿਗੁਰੂ ਹੈ ਕਿ ਮੇਰੀਆਂ ਆਪਣੀਆਂ ਹੀ ਖਾਹਿਸ਼ਾਂ ਨੇ? ਕਿਤੇ ਮੈਂ ਆਪਣੀਆਂ ਖਾਹਿਸ਼ਾਂ ਨੂੰ ਤੇ ਮੱਥਾ ਨਹੀਂ ਟੇਕੀ ਜਾਂਦਾ, ਆਪਣੀਆਂ ਖਾਹਿਸ਼ਾਂ ਦਾ ਪਾਠ ਤੇ ਨਹੀਂ ਕਰੀ ਜਾਂਦਾ। ਪਰ ਪ੍ਰੋਬਲਮ ਸਭ ਤੋਂ ਵੱਡੀ ਇਹ ਹੈ, ਸਤਿਗੁਰੂ ਕੀ ਇੱਥੇ ਕਹਿ ਰਹੇ ਨੇ, ਦੁਨੀਆ ਦੇ ਲੋਕਾਂ ਦੀਆਂ ਬੜੀਆਂ ਬੜੀਆਂ ਸੋਚਾਂ ਨੇ ਤੇ ਪਹਿਲੀ ਗੱਲ ਉਹਨਾਂ ਸੋਚਾਂ ਦੇ ਵਿੱਚੋਂ ਨਿਕਲ ਕੇ ਤੇ ਫਿਰ ਮਾਲਕ ਦੇ ਵੱਲ ਆਇਆ ਜਾਂਦਾ ਹੈ। ਆਪ ਜੀ ਦੇ ਅੱਗੇ ਉਦਾਹਰਣ ਰੱਖ ਦੇਵਾਂ ਜਿਹੜੀ ਪੌੜੀ ਦੇ ਵਿੱਚ ਮਹਾਰਾਜ ਨੇ ਬੋਲੀ ਹੈ। ਪਹਿਲੀ ਤੇ ਗੱਲ ਇਹ ਹੈ, ਸਤਿਗੁਰ ਵਿਟੋਂ ਵਾਰਿਆ। ਵਿਟੋਂ ਦਾ ਮਤਲਬ ਹੁੰਦਾ ਹੈ ਤੂੰ, ਜਿਹਨੂੰ ਅੱਜ ਦੀ ਬੋਲੀ ਦੇ ਵਿੱਚ ਅਸੀਂ ਤੂੰ ਤੋਂ ਬੋਲਦੇ ਹਾਂ ਸੰਬੰਧਕ, ਉਹ ਵਿਟੋਂ ਗੁਰਬਾਣੀ ਦੇ ਵਿੱਚ ਵਰਤਿਆ ਗਿਆ ਹੈ। ਕਹਿੰਦੇ ਮੈਂ ਸਤਿਗੁਰੂ ਤੋਂ ਬਲਿਹਾਰ ਜਾਂਦਾ ਹਾਂ। ਇਹ ਗੱਲ ਵੀ ਵੈਸੇ ਦੇਖੋ ਤੁਸੀਂ ਧਿਆਨ ਦੇ ਨਾਲ ਸਮਝ ਲੈਣੀ। ਅੱਜ ਕੱਲ੍ਹ ਦਾ ਜਿਹੜਾ ਟਾਈਮ ਚੱਲਦਾ ਹੈ ਇਹਦੇ ਵਿੱਚ ਸਮਝਣੀ ਇਸ ਕਰਕੇ ਜ਼ਰੂਰੀ ਹੈ। ਇੱਕ ਹੁੰਦਾ ਹੈ ਧੱਕੇ ਨਾਲ ਗਿਆਨ ਦੇ ਦੇਣਾ, ਧੱਕੇ ਨਾਲ ਜਾਣਕਾਰੀ ਦੇ ਦੇਣੀ। ਮੈਂ ਸ਼ਾਇਦ ਪਹਿਲਾਂ ਵੀ ਇਹ ਗੱਲ ਆਪ ਜੀ ਦੇ ਨਾਲ ਸਾਂਝੀ ਕੀਤੀ ਹੋਵੇ ਕਿ ਸਾਡੇ ਬੱਚੇ ਨੂੰ ਸਾਇੰਸ ਨਹੀਂ ਆਉਂਦੀ, ਸਾਡੇ ਬੱਚੇ ਨੂੰ ਮੈਥ ਨਹੀਂ ਆਉਂਦਾ, ਸਾਡੇ ਬੱਚੇ ਨੂੰ ਹਿਸਟਰੀ ਨਹੀਂ ਆਉਂਦੀ, ਤੇ ਅਸੀਂ ਕੀ ਕਰਦੇ ਹਾਂ ਕਿ ਧੱਕੇ ਦੇ ਨਾਲ ਵਧੀਆ ਤੋਂ ਵਧੀਆ ਟੀਚਰ ਲਾ ਕੇ ਤੇ ਉਹਨੂੰ ਪੜ੍ਹਾਉਣ ਦੀ ਕੋਸ਼ਿਸ਼ ਕਰਦੇ ਹਾਂ ਵੀ ਤੂੰ ਪੜ੍ਹ ਹੀ ਪੜ੍ਹ। ਤੇ ਮੈਂ ਉਦਣ ਵੀ ਬੇਨਤੀ ਕੀਤੀ ਸੀ, ਕੋਈ ਮਤਲਬ ਨਹੀਂ ਹੈ ਵੀ ਸਾਇੰਸ ਟੀਚਰ ਚੰਗਾ ਹੈ ਜਾਂ ਬੁਰਾ ਹੈ, ਸਾਡਾ ਕੰਮ ਸਿਰਫ ਹੁੰਦਾ ਵੀ ਉਹਦੇ ਕੋਲੋਂ ਅਸੀਂ ਸਾਇੰਸ ਪੜ੍ਹ ਲੈਣੀ ਹੈ। ਮੈਥ ਟੀਚਰ ਚੰਗਾ ਹੈ ਕਿ ਬੁਰਾ ਹੈ, ਸਾਡਾ ਕੰਮ ਹੈ ਬਸ ਉਹਦੇ ਕੋਲੋਂ ਸਬਜੈਕਟ ਸਿੱਖਣਾ। ਟੀਚਰ ਮੈਨੂੰ ਚੰਗਾ ਲੱਗਦਾ ਹੈ ਨਹੀਂ ਚੰਗਾ ਲੱਗਦਾ, ਕੋਈ ਮਤਲਬ ਨਹੀਂ ਹੈ ਇਹਨਾਂ ਗੱਲਾਂ ਦੇ ਨਾਲ। ਸਿਰਫ ਇਸ ਗੱਲ ਦੇ ਨਾਲ ਮਤਲਬ ਹੈ ਵੀ ਉਹਦੇ ਕੋਲੋਂ ਮੈਂ ਸਿੱਖਣਾ ਹੈ ਕੁਝ। ਧਾਰਮਿਕ ਜ਼ਿੰਦਗੀ ਦੇ ਵਿੱਚ ਇਦਾਂ ਨਹੀਂ ਹੁੰਦਾ। ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਦਾ ਸਿਧਾਂਤ, ਤੇ ਮੈਂ ਆਪ ਜੀ ਦੇ ਅੱਗੇ ਭਾਈ ਗੁਰਦਾਸ ਸਾਹਿਬ ਜੀ ਦੀ ਇੱਕ ਪੰਕਤੀ ਰੱਖ ਦੇਵਾਂ। ਗੁਰਮਤਿ ਇਸ ਗੱਲ ਨੂੰ ਮੰਨਦੀ ਹੈ, ਜਦੋਂ ਤੱਕ ਤੁਹਾਨੂੰ ਗੁਰੂ ਚੰਗਾ ਨਹੀਂ ਲੱਗਦਾ ਤੁਸੀਂ ਉਹਦੀ ਗੱਲ ਨੂੰ ਸੁਣ ਹੀ ਨਹੀਂ ਸਕਦੇ। ਇੱਕ ਤੇ ਹੁੰਦਾ ਨਾ ਵੀ ਚਲੋ ਮੇਰੇ ਵੱਡੇ ਮੱਥਾ ਟੇਕਦੇ ਹੁੰਦੇ ਸੀ ਤੇ ਮੈਂ ਵੀ ਟੇਕ ਲਿਆ, ਉਹ ਆਉਣਾ ਚਾਹੀਦਾ ਹੈ, ਉਹ ਇੱਦਾਂ ਜਾਣਾ ਚਾਹੀਦਾ ਹੈ ਵੀ ਸਾਡੇ ਬੱਚਿਆਂ ਨੂੰ ਜਾਚ ਹੋਵੇ। ਪਰ ਇੱਕ ਮੱਥਾ ਟੇਕਣਾ ਹੁੰਦਾ ਹੈ ਵੀ ਜਦੋਂ ਆਪਣੇ ਆਪ ਹੀ ਸਿਰ ਝੁਕ ਜਾਂਦਾ ਹੈ, ਜਿਹਨੂੰ ਇੱਥੇ ਗੁਰੂ ਸਾਹਿਬ ਕਹਿ ਰਹੇ ਵੀ ਸਤਿਗੁਰ ਵਿਟੋਂ ਵਾਰਿਆ। ਮੱਥਾ ਟੇਕਣਾ ਸਿੱਖਣਾ ਚਾਹੀਦਾ ਹੈ, ਪਰ ਮੇਰੇ ਅੰਦਰ ਇੱਕ ਪਰਸਨਲੀ ਗੱਲ ਹੋਣੀ ਚਾਹੀਦੀ ਹੈ ਵੀ ਮੈਂ ਕਿਉਂ ਮੱਥਾ ਟੇਕਦਾ ਪਿਆ। ਸਿੱਖ ਤੇ ਮੈਨੂੰ ਮੇਰੇ ਵੱਡਿਆਂ ਨੇ ਸਿਖਾ ਦਿੱਤਾ ਹੈ ਵੀ ਮੇਰੇ ਜਿਹੜੇ ਦਾਦਾ ਦਾਦੀ ਸੀ ਉਹ ਇੱਦਾਂ ਮੱਥਾ ਟੇਕਦੇ ਸੀ, ਮੈਂ ਮਾਤਾ ਪਿਤਾ ਇੱਦਾਂ ਮੱਥਾ ਟੇਕਦੇ ਸੀ ਮੇਰੇ, ਤੇ ਅੱਗੋਂ ਮੈਂ ਸਿੱਖ ਲਿਆ ਹੈ। ਮੱਥਾ ਟੇਕਣਾ ਸਿੱਖਣਾ ਔਖਾ ਨਹੀਂ ਹੈ, ਪਰ ਕਿਹੜੀ ਚੀਜ਼ ਹੈ ਜਿਹੜੀ ਮੈਨੂੰ ਇੱਥੇ ਆਪਣੇ ਆਪ ਹੀ ਆ ਕੇ ਝੁਕਾ ਦਿੰਦੀ ਹੈ ਵੀ ਹਾਂ ਇੱਥੇ ਮੱਥਾ ਟੇਕਣਾ ਹੈ। ਉਹ ਹਰ ਇੱਕ ਦਾ ਪਰਸਨਲ ਹੈ, ਉਹ ਕਿਸੇ ਦੂਸਰੇ ਨਾਲ ਨਹੀਂ ਰਲਦਾ। ਤੇ ਮੈਂ ਫਿਰ ਬੇਨਤੀ ਕਰ ਦੇਵਾਂ, ਭਾਈ ਗੁਰਦਾਸ ਸਾਹਿਬ ਕਹਿੰਦੇ ਨੇ ਇਹ ਪਹਿਲੀ ਗੱਲ ਇਹ ਹੈ ਵੀ ਜਦੋਂ ਤੱਕ ਤੁਹਾਨੂੰ ਗੁਰੂ ਚੰਗਾ ਨਹੀਂ ਲੱਗਦਾ ਤੁਸੀਂ ਉਸ ਗੁਰੂ ਤੋਂ ਬਲਿਹਾਰ ਕੀ ਜਾ ਸਕਦੇ ਹੋ। ਮੈਨੂੰ ਕੋਈ ਬੰਦਾ ਆ ਕੇ ਕਵੇ ਨਾ ਵੀ ਤੂੰ ਮੇਰੇ ਲਈ 4-5 ਘੰਟੇ ਖੜਾ ਹੋ ਜਾ, ਕੌਣ ਖੜਾ ਹੋਵੇਗਾ? ਮੈਨੂੰ ਕੀ ਲੋੜ ਹੈ ਕਿਸੇ ਦੇ ਲਈ ਖੜਾ ਹੋਣ ਦੀ? ਪਰ ਤੁਸੀਂ ਸੋਚ ਕੇ ਵੇਖਿਓ, ਮਾਂ ਦਾ ਬੱਚੇ ਨਾਲ ਪਿਆਰ ਹੁੰਦਾ ਹੈ, ਬੱਚਾ ਬਾਹਰ ਕੰਮ ਕਰਦਾ ਪਿਆ ਹੈ, ਮਾਂ ਰੋਟੀ ਨਹੀਂ ਖਾਂਦੀ ਘਰ ਦੇ ਵਿੱਚ ਵੀ ਉਹਨੇ ਅਜੇ ਆ ਕੇ ਖਾਣੀ ਹੈ। ਉਹ ਕਿਹੜੀ ਚੀਜ਼ ਹੈ? ਉਹ ਹੁੰਦਾ ਹੈ ਪਿਆਰ। ਫਰਕ ਸਿਰਫ ਇੰਨਾ ਕੁ ਹੈ, ਤੁਸੀਂ ਸਮਝ ਲੈਣਾ ਇਸ ਗੱਲ ਨੂੰ। ਸਤਿਗੁਰੂ ਦੇ ਸ਼ਬਦ ਇਸ ਕਰਕੇ ਵਰਤਿਆ ਹੈ
ਕਿ ਗੁਰੂ ਦੇ ਨਾਲ ਪਿਆਰਾ ਲਫ਼ਜ਼ ਆਇਆ ਹੈ। ਪਿਆਰੇ ਨੂੰ ਜਦੋਂ ਤੁਸੀਂ ਸਮਝੋਗੇ, ਉਦੋਂ ਤੱਕ ਕਿਸੇ ਦੇ ਬਲਿਹਾਰ ਜਾਇਆ ਹੀ ਨਹੀਂ ਜਾ ਸਕਦਾ ਜਦੋਂ ਤੱਕ ਉਹ ਸਾਨੂੰ ਚੰਗਾ ਹੀ ਨਾ ਲੱਗੇ। ਭਾਈ ਗੁਰਦਾਸ ਸਾਹਿਬ ਕਹਿੰਦੇ ਨੇ, ਸਤਿਗੁਰ ਸਿੱਖ ਹਿਰਦੈ ਪ੍ਰਥਮ ਕਿਰਪਾ ਕੇ ਬਸੈ, ਤਾ ਪਾਛੈ ਕਰਤ ਆਗਿਆ ਮਇਆ ਕੈ ਮਨਾਵਈ। ਇਦਾਂ ਨਹੀਂ ਹੁੰਦਾ ਵੀ ਗੁਰੂ ਸਾਹਿਬ ਨੇ ਆਇਆ ਗੁਰੂ ਸਾਹਿਬ ਦੇ ਕੋਲ ਤੇ ਮਹਾਰਾਜ ਨੇ ਕਿਹਾ ਵੀ ਲੈ ਉਪਦੇਸ਼ ਤੇ ਚੱਲ, ਨਹੀਂ। ਉਹ ਪਹਿਲਾਂ ਦਿਲ ਨੂੰ ਚੰਗਾ ਲੱਗਣਾ ਚਾਹੀਦਾ ਹੈ। ਜਿਹੜਾ ਦਿਲ ਨੂੰ ਚੰਗਾ ਲੱਗ ਗਿਆ, ਫਿਰ ਬੰਦਾ ਉਹਦੀ ਗੱਲ ਸੁਣਨ ਦੇ ਲਈ ਤਿਆਰ ਹੋ ਜਾਂਦਾ ਵੀ ਹਾਂ ਇਹਨਾਂ ਦੀ ਗੱਲ ਸੁਣੋ। ਜਿਹੜਾ ਦਿਲ ਨੂੰ ਹੀ ਨਹੀਂ ਚੰਗਾ ਲੱਗਦਾ ਪਿਆ, ਫਿਰ ਭਾਵੇਂ ਕਿੱਡਾ ਵੀ ਵਧੀਆ ਗੱਲ ਕਰਦਾ ਪਿਆ ਹੋਵੇ, ਬੰਦਾ ਨਹੀਂ ਗੱਲਾਂ ਸੁਣਦਾ। ਤੁਸੀਂ ਵੇਖ ਲਓ, ਲੋਕਾਂ ਨੂੰ ਕਿਸੇ ਵੇਲੇ ਇੱਦਾਂ ਦੀ ਗੱਲ ਹੋ ਜਾਂਦੀ ਹੈ ਵੀ ਪਤਾ ਵੀ ਇਸ ਡਾਕਟਰ ਦੇ ਕੋਲ ਜਾ ਕੇ ਨਾ ਬੰਦੇ ਦਾ ਇਲਾਜ ਹੋ ਸਕਦਾ ਹੈ, ਪਰ ਜੇ ਡਾਕਟਰ ਦੀ ਬੋਲੀ ਚੰਗੀ ਨਾ ਹੋਵੇ ਤੇ ਲੋਕ ਕੀ ਕਹਿੰਦੇ ਨੇ ਵੀ ਛੱਡ ਪਰਾਂ, ਉਹਦੇ ਕੋਲੋਂ ਜਾ ਕੇ ਕੀ ਕਰਨਾ। ਉਹਦਾ ਕਾਰਨ ਕੀ ਹੈ ਵੀ ਇੱਕ ਸ਼ਰਤ ਹੈ, ਜਿਹਦੀ ਅਸੀਂ ਗੱਲ ਸੁਣਨੀ ਹੈ, ਜਿਹਦੀ ਅਸੀਂ ਗੱਲ ਮੰਨਣੀ ਹੈ, ਪਹਿਲਾਂ ਸਾਡੇ ਦਿਲ ਨੂੰ ਚੰਗਾ ਲੱਗਣਾ ਚਾਹੀਦਾ ਹੈ। ਦਿਲ ਨੂੰ ਚੰਗਾ ਲੱਗ ਗਿਆ ਤਾਂ ਅਸੀਂ ਬਲਿਹਾਰ ਵੀ ਚਲੇ ਜਾਵਾਂਗੇ। ਹਜ਼ੂਰ ਕਹਿੰਦੇ ਨੇ, ਮੈਂ ਗੁਰੂ ਤੋਂ ਬਲਿਹਾਰ ਜਾਂਦਾ ਹਾਂ ਤੇ ਇਹਦੇ ਲਈ ਮੈਂ ਸਿਰਫ ਇੰਨੀ ਕੁ ਬੇਨਤੀ ਕਰਦਾ ਹਾਂ ਕਿ ਇੱਕ ਤੇ ਅਸੀਂ ਸਿੱਖਦੇ ਹਾਂ ਮੱਥਾ ਟੇਕਣਾ, ਕਿ ਸਾਡੇ ਵੱਡਿਆਂ ਨੇ ਸਾਨੂੰ ਸਿਖਾ ਦਿੱਤਾ ਹੈ ਵੀ ਇੱਦਾਂ ਮੱਥਾ ਟੇਕੀਦਾ ਹੈ। ਇਹ ਸਿੱਖਣਾ ਜ਼ਰੂਰੀ ਹੈ ਸਾਡੇ ਸਾਰਿਆਂ ਦੇ ਲਈ। ਪਰ ਮੈਨੂੰ ਕਿਹੜੀ ਚੀਜ਼ ਹੈ ਜਿਹੜੀ ਵਾਕਿਆ ਹੀ ਮੱਥਾ ਟੇਕਣ ਦੇ ਲਈ ਮਜਬੂਰ ਕਰਦੀ ਹੈ, ਉਹਦੇ ਬਾਰੇ ਮੈਨੂੰ ਕਿੰਨੀ ਕੁ ਨੌਲੇਜ ਹੈ। ਮੈਂ ਕਹਿੰਦਾ ਤੇ ਹਾਂ ਵੀ ਗੁਰੂ ਨਾਨਕ ਸਾਹਿਬ ਮੇਰਾ ਗੁਰੂ ਹੈ, ਪਰ ਮੈਨੂੰ ਉਸ ਗੁਰੂ ਦੇ ਬਾਰੇ ਪਿਆਰ ਕਿੰਨਾ ਕੁ ਹੈ ਵੀ ਇੱਕ ਪਾਸੇ ਤਾਂ ਮੈਂ ਇਤਿਹਾਸ ਦੇ ਵਿੱਚ ਇਸ ਗੱਲ ਨੂੰ ਪੜ੍ਹਦਾ ਹਾਂ ਵੀ ਮਹਾਰਾਜ ਨੇ ਸਟੇਜ ਦੇ ਉੱਤੇ ਆ ਕੇ ਤੇ ਇਹ ਕਿਹਾ ਵੀ ਸਾਨੂੰ ਇੱਕ ਸਿਰ ਚਾਹੀਦਾ ਹੈ। 1699 ਦੀ ਵਿਸਾਖੀ ਦੀ ਗੱਲ, ਇੱਕ ਸਿਰ ਚਾਹੀਦਾ ਹੈ। ਤੁਸੀਂ ਵੇਖੋ, ਆਪਾਂ ਪੜ੍ਹਦੇ ਹਾਂ ਵੀ ਭਾਈ ਦਇਆ ਸਿੰਘ ਵੀ ਆ ਗਏ, ਭਾਈ ਧਰਮ ਸਿੰਘ ਆ ਗਏ, ਪੰਜ ਪਿਆਰੇ ਜਿਹੜੇ ਨੇ ਉਹ ਆਪਣਾ ਸਿਰ ਪੇਸ਼ ਕਰਨ ਦੇ ਲਈ ਆ ਜਾਂਦੇ ਨੇ। ਇਹ ਸਿਰ ਪਹਿਲੇ ਦਿਨ ਨਹੀਂ ਪੇਸ਼ ਹੋ ਜਾਂਦਾ ਵੀ ਆਓ ਆ ਕੇ ਤੇ ਤੁਸੀਂ ਬਹੁਤੀ ਦੂਰ ਦੀ ਗੱਲ ਕੀ ਕਰਨੀ ਆ, ਸਿਰ ਦੇਣ ਦੀਆਂ ਤੇ ਗੱਲਾਂ ਹੀ ਬੜੀ ਦੂਰ ਦੀਆਂ ਨੇ। ਇੱਥੇ ਕੋਈ ਪਹਿਲੇ ਦਿਨ ਗੁਰਦੁਆਰੇ ਆਇਆ ਹੋਵੇ ਤੇ ਉਹਨੂੰ ਤੁਸੀਂ ਕੀ ਕਹੋ ਵੀ ਆ ਫੜ ਬਾਲਟੀ ਤੇ ਉਹ ਚੁੱਕ ਕੇ ਤੇ ਸਫਾਈ ਕਰਦੇ ਸਾਰੇ ਪਾਸੇ। ਮੈਨੂੰ ਮਾਫ ਕਰਿਓ, ਜੇ ਤੇ ਕਿਤੇ ਗੁਰੂ ਘਰ ਦੇ ਨਾਲ ਪਹਿਲਾਂ ਜੁੜਿਆ ਹੋਇਆ ਹੈ ਤੇ ਫਿਰ ਤੇ ਉਹਨੂੰ ਕੋਈ ਦਿੱਕਤ ਨਹੀਂ ਹੋਵੇਗੀ। ਪਰ ਜਿਹੜਾ ਪਹਿਲੀ ਵਾਰ ਆਇਆ ਹੈ, ਤੁਸੀਂ ਪਹਿਲੀ ਵਾਰ ਹੀ ਉਹਨੂੰ ਇਦਾਂ ਦਾ ਕੰਮ ਫੜਾ ਦੋਗੇ ਨਾ, ਉਹ ਕਹੇਗਾ ਮੈਂ ਤੇ ਗੁਰਦੁਆਰੇ ਜਾਣਾ, ਕੀ ਥਕਾ ਕੇ ਰੱਖ ਦਿੱਤਾ ਮੈਨੂੰ। ਇਹ ਹੋਵੇਗਾ ਤੁਹਾਡੇ ਵਹਿੰਦਿਆਂ ਵਹਿੰਦਿਆਂ ਕਈਆਂ ਦੇ ਨਾਲ ਵਾਪਰਿਆ ਹੋਵੇਗਾ। ਪਹਿਲੀ ਵਾਰ ਗਏ, ਪਹਿਲੀ ਵਾਰ ਮਹਾਰਾਜ ਕਦੀ ਇਦਾਂ ਨਹੀਂ ਕਰਦਾ ਵੀ ਬਸ ਸਾਰਾ ਕੁਝ ਤੁਹਾਡੇ ਉੱਤੇ ਥਰੋ ਕਰ ਦਿੱਤਾ ਵੀ ਆ ਲੋ ਸੇਵਾ, ਆ ਲੋ ਨਾਮ, ਇਦਾਂ ਸਾਰਾ ਕੁਝ ਕਰ ਦੋ। ਨਹੀਂ, ਸਤਿਗੁਰੂ ਕਹਿੰਦੇ ਪਹਿਲਾਂ ਦਿਲ ਨੂੰ ਚੰਗਾ ਲੱਗਣਾ ਚਾਹੀਦਾ ਹੈ। ਇਸ ਕਰਕੇ ਪਤਾ ਕੀ ਹੁੰਦਾ ਸੀ ਪੁਰਾਣੇ ਟਾਈਮ ਦੇ ਵਿੱਚ, ਇਹ ਸਾਡੇ ਸਾਰਿਆਂ ਦਾ ਫਰਜ਼ ਹੈ। ਮੈਂ ਬੇਨਤੀ ਕਰਦਾ ਹੁੰਨਾ ਕਿ ਗੁਰੂ ਗ੍ਰੰਥ ਸਾਹਿਬ ਤੱਕ ਤੇ ਬੰਦਾ ਅੰਤ ਦੇ ਵਿੱਚ ਪਹੁੰਚਦਾ ਹੈ ਨਾ। ਜਦੋਂ ਅਸੀਂ ਮੱਥਾ ਟੇਕਦੇ ਹਾਂ ਗੁਰਦੁਆਰੇ ਦੇ ਵਿੱਚ ਸਭ ਤੋਂ ਇੰਪੋਰਟੈਂਟ ਤੇ ਸਭ ਤੋਂ ਇਦਾਂ ਕਹਿ ਲਈਏ ਵੀ ਅਖੀਰ ਦੇ ਉੱਤੇ ਚੀਜ਼ ਕਿਹੜੀ ਹੈ, ਚੀਜ਼ ਮੈਂ ਸ਼ਬਦ ਵਰਤਦਾ ਪਿਆ ਹਾਂ, ਮੈਨੂੰ ਮਾਫ ਕਰ ਦਿਓ। ਸਭ ਤੋਂ ਅੰਤ ਦੇ ਉੱਤੇ ਕੀ ਹੈ? ਗੁਰੂ ਗ੍ਰੰਥ ਸਾਹਿਬ ਮਹਾਰਾਜ। ਕਾਹਦੇ ਲਈ ਆਉਂਦੇ ਆ? ਗੁਰੂ ਗ੍ਰੰਥ ਸਾਹਿਬ ਨੂੰ ਮੱਥਾ ਟੇਕਣ ਦੇ ਲਈ। ਤੇ ਕਿੰਨੀਆਂ ਬਿਲਡਿੰਗ ਨੇ ਇਹਦੇ ਤੋਂ ਵੱਡੀਆਂ ਨੇ, ਤੁਸੀਂ ਕਿੰਨੇ ਪੈਲਸ ਬਣੇ ਹੋਏ ਨੇ, ਕੌਣ ਬੰਦਾ ਮੱਥਾ ਟੇਕ ਕੇ ਨਿਕਲਦਾ? ਲੋਕੀ ਮੂੰਹ ਵੀ ਨਹੀਂ ਕਰਕੇ ਨਿਕਲਦੇ। ਤੇ ਵੇਖੋ ਸੜਕ ਤੇ ਵੀ ਨਿਕਲਦੇ ਲੋਕ ਮੱਥਾ ਟੇਕ ਜਾਂਦੇ ਨੇ। ਇਹਦੇ ਕਹਿਣ ਦਾ ਮੇਰਾ ਕੀ ਭਾਵ ਹੈ ਕਿ ਅੰਤ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਹੈ, ਪਰ ਉਹਦੇ ਤੋਂ ਪਹਿਲਾਂ ਇੱਥੇ ਮੱਥਾ ਟੇਕਣ ਤੋਂ ਪਹਿਲਾਂ ਜਿਹੜਾ ਬੰਦਾ ਪਹਿਲੀ ਵਾਰ ਆਇਆ ਹੈ, ਉਹ ਸੋਚੋ ਕਿੰਨਿਆਂ ਨੂੰ ਮਿਲ ਕੇ ਆ ਗਿਆ ਹੈ। ਸਭ ਤੋਂ ਪਹਿਲਾਂ ਜੇ ਜੋੜੇ ਘਰ ਤੋਂ ਲੈ ਕੇ ਚੱਲੀਏ ਤੇ ਉਹ ਅੰਗਰੇਜ਼ੀ ਦੇ ਵਿੱਚ ਗੱਲ ਕਰ ਦਿੰਦੇ ਨੇ, ਫਸਟ ਇੰਪ੍ਰੈਸ਼ਨ ਇਜ਼ ਦਾ ਲਾਸਟ ਇੰਪ੍ਰੈਸ਼ਨ ਵਾਲੀ ਜਿਹੜੀ ਗੱਲ ਹੈ। ਸਾਡੇ ਥੱਲੇ ਸ਼ਾਇਦ ਜੋੜੇ ਘਰ ਦੇ ਵਿੱਚ ਸੁਣਦੇ ਵੀ ਪਏ ਹੋਣਗੇ ਮੇਰੇ ਖਿਆਲ ਦੇ ਨਾਲ, ਜੇ ਸਪੀਕਰ ਚੱਲਦੇ ਹੋਣਗੇ ਤੇ ਉਹ ਕੀ ਹੈ ਕਿ ਉੱਥੋਂ ਹੀ ਬੰਦੇ ਨੇ ਇੰਪ੍ਰੈਸ਼ਨ ਲੈ ਲੈਣਾ ਹੈ। ਅੱਜ ਕੱਲ੍ਹ ਉਹ ਸਮਾਂ ਤੇ ਹੈ ਨਹੀਂ ਵੀ ਕੋਈ ਕੰਨ ਬੰਦ ਕਰਕੇ ਤੁਰਦਾ ਹੈ। ਗੁਰਦੁਆਰੇ ਦੇ ਜਦੋਂ ਜੋੜੇ ਘਰ ਦੇ ਵਿੱਚ ਅਸੀਂ ਪਹੁੰਚਦੇ ਹਾਂ, ਉੱਥੇ ਸਾਡੇ ਨਾਲ ਕੀ ਵਿਹਾਰ ਕੀਤਾ ਜਾਂਦਾ ਹੈ। ਫਿਰ ਉਹਦੇ ਤੋਂ ਅੱਗੇ ਇਹ ਨਹੀਂ ਵੀ ਮੈਂ ਐਵੇਂ ਲੈਕਚਰ ਕਰੀ ਜਾ ਰਿਹਾ ਹਾਂ ਤੇ ਇੱਥੇ ਗੱਲ, ਲੈਕਚਰਾਂ ਦੇ ਨਾਲ ਕਿੱਥੇ ਪ੍ਰਚਾਰ ਹੁੰਦਾ ਹੈ? ਲੈਕਚਰਾਂ ਨਾਲ ਪ੍ਰਚਾਰ ਨਹੀਂ ਹੁੰਦਾ। ਪ੍ਰਚਾਰ ਤੁਸੀਂ ਕਰਦੇ ਪਏ ਜੇ ਜਿਹੜੇ ਬੈਠੇ ਜੇ। ਲੈਕਚਰਾਂ 'ਚ ਸਿੱਖੀ ਨਹੀਂ ਹੈ। ਤੁਸੀਂ ਪ੍ਰੋਫੈਸਰ ਪੂਰਨ ਸਿੰਘ ਹੋਣਾ ਨੂੰ ਪੜ੍ਹ ਕੇ ਵੇਖ ਲਓ, ਵਾਰ-ਵਾਰ ਇਸੇ ਗੱਲ ਨੂੰ ਕਹਿੰਦੇ ਨੇ ਵੀ ਸਿੱਖੀ ਲੈਕਚਰਾਂ 'ਚ ਥੋੜ੍ਹਾ ਹੈ। ਸਿੱਖੀ ਦੇ ਤੁਰਨ ਫਿਰਨ 'ਚ ਵੀ ਜਿਹੜੇ ਗੁਰਦੁਆਰੇ ਤੁਰੇ ਫਿਰਦੇ ਨੇ ਉਹ, ਔਰ ਲਿਖਤਾਂ ਤੁਹਾਡੇ ਸਾਹਮਣੇ ਆ ਗਈਆਂ ਨੇ। ਮੈਂ ਅੰਦੋਲਨ ਦੀ ਗੱਲ ਕਰ ਦੇਵਾਂ, ਵੇਖੋ ਕਿੰਨਾ ਲੰਗਰ ਚੱਲਦਾ ਪਿਆ ਹੈ। ਜਿਨ੍ਹਾਂ ਨੇ ਪਹਿਲੀ ਵਾਰ ਲੰਗਰ ਇਦਾਂ ਵਰਤਦਾ ਵੇਖਿਆ ਹੈ ਨਾ, ਕਿਉਂਕਿ ਪੰਜਾਬ ਜੀਂਦਾ ਵੇਖਿਆ ਲੋਕਾਂ ਨੇ ਇਸ ਥਾਂ ਦੇ ਉੱਤੇ ਆ ਕੇ, ਜਿਨ੍ਹਾਂ ਨੇ ਪਹਿਲੀ ਵਾਰ ਲੰਗਰ ਇਦਾਂ ਵਰਤਦਾ ਵੇਖਿਆ, ਉਹ ਹੈਰਾਨ ਹੋਈ ਜਾਂਦੇ ਨੇ ਵੀ ਇੰਨਾ ਖੁੱਲ੍ਹਾ ਕਿੱਦਾਂ ਵਰਤਾਈ ਜਾਂਦੇ। ਕਿਉਂਕਿ ਸੁਣਿਆ ਬਹੁਤ ਨੇ ਸੀ ਲੰਗਰ ਹੈ ਲੰਗਰ ਹੈ,
ਪਰ ਏਡੇ ਵੱਡੇ ਲੈਵਲ ਦਾ ਕਿਸੇ ਨੇ ਨਹੀਂ ਸੀ ਵੇਖਿਆ। ਹਾਲਾਂਕਿ ਪੰਜਾਬ ਵਾਲੇ ਹੋਲੇ ਮਹੱਲੇ ਤੇ ਵੀ ਇਦਾਂ ਹੀ ਵੇਖਦੇ ਨੇ, ਵਿਸਾਖੀ ਤੇ ਵੀ ਇਦਾਂ ਹੀ ਵੇਖਦੇ ਨੇ, ਉਹਨਾਂ ਦੇ ਤਾਂ ਖੂਨ ਦੇ ਵਿੱਚ ਯਾਰ ਸਾਰਾ ਕੁਝ ਚੱਲਦਾ ਹੈ। ਜਿਹੜਾ ਬੰਦਾ ਪਹਿਲੀ ਵਾਰ ਗੁਰਦੁਆਰੇ ਆਇਆ ਹੈ, ਕੀ ਇੰਪ੍ਰੈਸ਼ਨ ਲੈ ਕੇ ਜਾ ਰਿਹਾ ਹੈ? ਜੇ ਤੇ ਗੁਰਦੁਆਰਾ ਉਹਦੇ ਦਿਲ ਨੂੰ ਚੰਗਾ ਲੱਗ ਗਿਆ ਤੇ ਸੁਭਾਵਿਕ ਜੀ ਗੱਲ ਹੈ ਅਗਲੀ ਵਾਰ ਵੀ ਆਵੇਗਾ। ਤੇ ਜੇ ਉਹਨੂੰ ਕੋਈ ਮਿਲ ਗਿਆ ਜਿਹੜਾ ਘਰੋਂ ਲੜ ਕੇ ਆਇਆ ਸੀ ਤੇ ਉਸ ਵਿਚਾਰੇ ਦੇ ਨਾਲ ਵੀ ਐਵੇਂ ਖੈਬੜੀ ਜਾਂਦਾ ਵੀ ਤੈਨੂੰ ਜੋੜੇ ਲਾਉਣ ਦਾ ਨਹੀਂ ਪਤਾ, ਤੈਨੂੰ ਬੈਗ ਰੱਖਣ ਦਾ ਨਹੀਂ ਪਤਾ, ਤੈਨੂੰ ਮੱਥਾ ਟੇਕਣ ਦਾ ਨਹੀਂ ਪਤਾ, ਤੈਨੂੰ ਸਿਰ ਢੱਕਣ ਦਾ ਨਹੀਂ ਪਤਾ। ਇਹ ਜ਼ਰੂਰੀ ਨੇ, ਸਾਰੀਆਂ ਚੀਜ਼ਾਂ ਸਿਮਟਰੀ ਦੇ ਵਿੱਚ ਹੋਣੀਆਂ ਚਾਹੀਦੀਆਂ ਨੇ। ਬੋਲ ਬਾਣੀ ਵੀ ਤੇ ਸਾਨੂੰ ਥੋੜੀ ਜਿਹੀ ਸਮਝਣੀ ਚਾਹੀਦੀ ਹੈ ਨਾ। ਅਸਲ 'ਚ ਪ੍ਰੋਬਲਮ ਇਹ ਹੈ, ਬੰਦਾ ਜਿੰਨਾ ਜਿੰਨਾ ਪੁਰਾਣਾ ਹੋਈ ਜਾਂਦਾ ਉਹਨਾਂ ਕ੍ਰੋਧੀ ਹੋਈ ਜਾਂਦਾ ਧਾਰਮਿਕ ਜ਼ਿੰਦਗੀ ਦੇ ਵਿੱਚ। ਫਿਰ ਗੁਰੂ ਤੇ ਉਹਨੂੰ ਕੀ ਪਿਆਰਾ ਲੱਗਣਾ, ਕਿਉਂਕਿ ਸ਼ਬਦ ਤੇ ਵਿਚਾਰਾ ਪਹਿਲੀ ਵਾਰ ਆਉਂਦਾ, ਏਡੀ ਜਲਦੀ ਸਮਝ ਹੀ ਨਹੀਂ ਆਉਂਦਾ। ਪਰ ਕੀ ਹੁੰਦਾ ਹੈ, ਜਿਹੜੇ ਲੋਕਾਂ ਦੇ ਨਾਲ ਗੱਲਾਂ ਕਰਦਾ ਨਾ, ਉਹਨਾਂ ਲੋਕਾਂ ਦਾ ਇੰਪ੍ਰੈਸ਼ਨ ਲੈ ਕੇ ਜਾਂਦਾ ਹੈ ਵੀ ਮੈਂ ਇਸ ਗੁਰਦੁਆਰੇ ਦੇ ਵਿੱਚ ਇਸ ਬੰਦੇ ਨੂੰ ਮਿਲ ਕੇ ਆਇਆ ਸੀ। ਤੇ ਜਦੋਂ ਲੋਕ ਚੰਗੇ ਲੱਗੇ ਨਾ, ਉਹ ਦੂਸਰੀ ਵਾਰ ਉਹਨੂੰ ਗੁਰਦੁਆਰਾ ਤੇ ਸ਼ਬਦ ਵੀ ਚੰਗਾ ਲੱਗੇਗਾ। ਸਾਡੀ ਪ੍ਰੋਬਲਮ ਇਹ ਹੈ, ਸ਼ਬਦ ਤੱਕ ਤੇ ਅਸੀਂ ਪਹੁੰਚਣ ਹੀ ਨਹੀਂ ਦਿੰਦੇ ਬੰਦੇ ਨੂੰ। ਸ਼ਬਦ ਤੱਕ ਪਹੁੰਚਣ ਤੋਂ ਪਹਿਲਾਂ ਹੀ ਉਹਦਾ ਦਿਲ ਤੋੜ ਦਿੰਦੇ ਹਾਂ। ਇਹ ਨਹੀਂ ਕਿ ਸਾਰੇ ਹੀ ਇਦਾਂ ਕਰਦੇ ਨੇ, ਖਾਸ ਕਰਕੇ ਜਿਹੜੇ ਸੇਵਾ ਵਾਲੇ ਪਾਸੇ ਤੋਂ ਆਉਂਦੇ ਨੇ ਲੋਕ, ਵੀ ਉਹ ਕਿੱਦਾਂ ਅਸੀਂ ਕਿਸੇ ਦੇ ਨਾਲ ਟਰੀਟ ਕਰਨਾ ਹੈ। ਜਿੱਦਾਂ ਦਾ ਜਿਨ੍ਹਾਂ ਦੇ ਕੋਲ ਲੋਕ ਆ ਕੇ ਪੁੱਛ ਲੈਂਦੇ ਨੇ, ਸਾਡੇ ਵਰਗੇ ਇਹਦੇ ਵਿੱਚ ਪਹਿਲੇ ਨੰਬਰ ਦੇ ਉੱਤੇ ਆ ਜਾਂਦੇ ਨੇ। ਇਹ ਸਿਰਫ ਬੇਨਤੀ ਇਸ ਕਰਕੇ ਕੀਤੀ ਹੈ, ਮਹਾਰਾਜ ਕਹਿੰਦੇ ਸਤਿਗੁਰੂ ਤੋਂ ਮੈਂ ਬਲਿਹਾਰ ਜਾਂਦਾ ਹਾਂ, ਤੇ ਇਹ ਕਿਤੇ ਪਹਿਲੇ ਦਿਨ ਦੇ ਵਿੱਚ ਹੀ ਹੋ ਜਾਂਦਾ ਵੀ ਮਹਾਰਾਜ ਮੈਂ ਤੁਹਾਡੇ ਤੋਂ ਬਲਿਹਾਰ ਚਲਾ ਜਾਂਦਾ ਹਾਂ। ਇਦਾਂ ਨਹੀਂ ਹੁੰਦਾ। ਉਹਦੇ ਪਿੱਛੇ ਕਈ ਸਾਲਾਂ ਦੀ ਮਿਹਨਤ ਹੁੰਦੀ ਹੈ ਵੀ ਕਿਹੜੀ ਚੀਜ਼ ਹੈ ਜਿਹੜੀ ਮੈਨੂੰ ਸਤਿਗੁਰੂ ਤੋਂ ਬਲਿਹਾਰ ਕਰਦੀ ਹੈ। ਤੇ ਮੈਂ ਕਈ ਵਾਰ ਬੇਨਤੀ ਕਰਦਾ ਹੁੰਦਾ, ਅੱਜ ਜਿੰਨੀ ਵਾਰ ਵੀ ਅਸੀਂ ਗੁਰਦੁਆਰੇ ਜੁੜਦੇ ਹਾਂ, ਇਹਨੂੰ ਆਪਣੇ ਪ੍ਰੈਕਟੀਕਲ ਦੇ ਨਾਲ ਸੋਚ ਕੇ ਵੇਖਣਾ। ਇਹ ਨਹੀਂ ਵੀ ਕਿਸੇ ਦੇ ਉੱਤੇ, ਕਿਸੇ ਦੇ ਨਾਲ ਤੁਹਾਡਾ ਕੰਪੈਰੀਜ਼ਨ ਹੈ ਹੀ ਨਹੀਂ ਹੈ। ਇੱਕ ਗੱਲ ਕਹੀ ਜਾਂਦੀ ਹੁੰਦੀ ਹੈ, ਮਹਾਰਾਜ ਕਹਿੰਦੇ ਨੇ, ਸੁਖਮਨੀ ਸਾਹਿਬ ਦਾ ਬੋਲ ਹੈ, ਹਜ਼ੂਰ ਕਹਿੰਦੇ ਨੇ ਕਿਨਕਾ ਏਕ ਜਿਸ ਜੀ ਬਸਾਵੇ ਤਾਂ ਕਿ ਮਹਿਮਾ ਗਨੀ ਨਾ ਆਵੇ। ਵੈਸੇ ਕਿਨਕਾ ਦਾ ਅਰਥ ਸ਼ੁਰੂਆਤ ਵੀ ਕੀਤੇ ਨੇ ਕਈਆਂ ਨੇ, ਪਰ ਮੈਂ ਆਪ ਜੀ ਦੇ ਅੱਗੇ ਇਸ ਗੱਲ ਦੀ ਬੇਨਤੀ ਕਰ ਦੇਵਾਂ ਕਿ ਵੇਖੋ, ਆ ਜੋ ਸਾਡੇ ਸਾਹਮਣੇ ਸਾਰਿਆਂ ਦੇ ਸਰਕਲ ਚੱਲਦਾ ਹੈ, ਗੁਰੂ ਘਰ ਦਾ ਇੱਕ ਦੂਸਰੇ ਦੇ ਨਾਲ ਸਾਡਾ ਜਿਹੜਾ ਸਬੰਧ ਬਣਦਾ ਹੈ, ਇਹ ਇਦਾਂ ਨਹੀਂ ਸੀ ਬਣਦਾ। ਗੁਰੂ ਤੋਂ ਬਲਿਹਾਰ ਜਾਣਾ ਇੱਕੋ ਦਿਨ ਦੇ ਵਿੱਚ ਗੱਲ ਹੋ ਗਈ ਤੇ ਗੱਲ ਖਤਮ ਹੋ ਗਈ। ਇਹ ਇੱਕ ਦਿਨ ਦੀ ਸਾਧਨਾ ਨਹੀਂ ਹੈ, ਸਾਡੀ ਬੜੀ ਲੰਮੀ ਇਹਦੇ ਪਿੱਛੇ ਪ੍ਰੈਕਟਿਸ ਹੈ। ਮੈਂ ਤੁਹਾਨੂੰ ਕਹਿ ਦੇਵਾਂ ਜੀ, ਗੁਰੂ ਤੋਂ ਬਲਿਹਾਰ ਜਾਣਾ ਚਾਹੀਦਾ ਹੈ, ਮੈਂ ਖੁਦ ਵੀ ਪੜ੍ਹੀ ਜਾਵਾਂ ਬਲਿਹਾਰੀ ਗੁਰੂ ਆਪਣੇ ਦਿਹਾੜੀ ਸਦਵਾਰ, ਇਦਾਂ ਕੁਝ ਨਹੀਂ ਹੁੰਦਾ। ਇਹ ਸਿਰਫ ਇੱਕ ਯਾਦ ਕਰਨ ਦੀ ਆਦਤ ਹੈ, ਇੱਕ ਪਕਾਉਣ ਦਾ ਤਰੀਕਾ ਹੈ ਵੀ ਮੈਨੂੰ ਸ਼ਲੋਕ ਯਾਦ ਹੋ ਗਿਆ ਹੈ। ਉਹ ਬਲਿਹਾਰ ਹੋਣਾ ਪਰਸਨਲੀ ਕੀ ਹੈ। ਤੁਸੀਂ ਗੁਰਦੁਆਰੇ ਆਏ ਤੇ ਵੇਖੋ 40-45 ਮਿੰਟ ਦੀ ਕਥਾ ਹੈ। ਮੈਂ ਸਿਰਫ ਕਥਾ ਦੀ ਗੱਲ ਕਰਾਂਗਾ ਕਿਉਂਕਿ ਕੀਰਤਨ ਤੇ ਨਿਰੋਲ ਕੀਰਤਨ, ਉਹਦੇ ਵਿੱਚ ਤੇ ਕੋਈ ਰਾਗੀ ਸਿੰਘ ਗੱਲ ਵੀ ਨਹੀਂ ਕਰ ਸਕਦੇ। ਪਾਠ ਨਿਰੋਲ ਪਾਠ ਹੈ, ਕੋਈ ਬੰਦਾ ਆਪਣੇ ਕੋਲੋਂ ਤੇ ਗੱਲ ਕਰ ਨਹੀਂ ਸਕਦਾ ਵੀ ਆਹ ਪਾਠ ਦੇ ਵਿੱਚ ਆਪਣਾ ਇੰਟਰਫੇਰੈਂਸ ਕਰ ਦਿੱਤੀ। ਆਹ ਕਥਾ ਹੀ ਤੇ ਹੋ ਰਹੀ ਹੈ ਜਿਹਦੇ ਵਿੱਚ ਨਾਲ ਆਪਣੀ ਅਕਲ ਵਰਤਾਈ ਜਾ ਰਹੀ ਹੈ। ਸ਼ਬਦ ਤੇ ਵੇਖੋ ਅਜੇ ਅਸੀਂ ਪਹਿਲੀ 3 ਅੱਖਰ ਹੀ ਲਏ ਨੇ, ਬਾਕੀ ਤੇ ਜੋ ਕੁਝ ਬੋਲਿਆ ਇਹ ਅਕਲ ਹੀ ਕਿਤੇ ਨਾ ਕਿਤੇ ਅੱਗੇ ਚੱਲਦੀ ਪਈ ਹੈ। ਇਹਨੂੰ ਕਿਹਾ ਜਾਂਦਾ ਹੈ ਅਕਲ ਦੀਆਂ ਗੱਲਾਂ, ਗਿਆਨ ਦੀਆਂ ਗੱਲਾਂ। ਇਹਨੂੰ ਜਿੰਨਾ ਮਰਜ਼ੀ ਵਧਾਇਆ ਜਾ ਸਕਦਾ ਹੈ, ਬੋਲਿਆ ਜਾ ਸਕਦਾ ਹੈ, ਇਹਨਾਂ ਚੀਜ਼ਾਂ ਦਾ ਘਾਟਾ ਹੀ ਨਹੀਂ। ਜਿਹਦੇ ਕੋਲ ਜਿੰਨੀ ਸਮਝ ਥੋੜੀ ਜਿਹੀ ਜ਼ਿਆਦਾ ਹੈ, ਉਹ ਓਨਾ ਹੀ ਲੋਕਾਂ ਦੇ ਉੱਤੇ ਇਹ ਚੀਜ਼ਾਂ ਸੁੱਟ ਸਕਦਾ ਹੈ। ਪਰ ਤੁਸੀਂ ਕਿਤੇ ਵੇਖਿਓ, ਜੋ ਮੈਨੂੰ ਇੰਜ ਲੱਗਦਾ ਹੈ, ਸਾਨੂੰ ਨਾ ਤੇ ਕਦੀ ਗੁਰਦੁਆਰੇ ਦੇ ਅੰਦਰ ਗਿਆਨ ਖਿੱਚ ਕੇ ਲੈ ਕੇ ਆਉਂਦਾ ਤੇ ਨਾ ਹੀ ਸਾਨੂੰ ਕਦੀ ਗੁਰਦੁਆਰੇ ਦੇ ਅੰਦਰ ਸੁਰਾਂ ਖਿੱਚ ਕੇ ਲੈ ਕੇ ਆਉਂਦੀਆਂ ਨੇ। ਜੇ ਇਹ ਚੀਜ਼ਾਂ ਖਿੱਚ ਕੇ ਲੈ ਕੇ ਆਉਂਦੀਆਂ ਨੇ ਨਾ, ਤੇ ਸਾਡਾ 10-12 ਦਿਨਾਂ ਬਾਅਦ ਚਾਲ ਲੱਥ ਜਾਏਗਾ, ਕਿਉਂਕਿ ਅੱਕ ਜਾਂਦਾ ਦਿਮਾਗ। ਕਿੰਨਾ ਕੁ ਗਿਆਨ ਸੁਣ ਲਵੇਗਾ, ਕਿੰਨੀਆਂ ਕੁ ਗੱਲਾਂ ਸੁਣ ਲਵੇਗਾ, ਨਹੀਂ ਜ਼ਿਆਦਾ ਸੁਣ ਪਾਉਂਦਾ। ਕਿੰਨੀਆਂ ਕੁ ਟਿਊਨਾਂ ਸੁਣ ਲਵੇਗਾ, ਨਹੀਂ ਜ਼ਿਆਦਾ ਸੁਣ ਪਾਉਂਦਾ। ਇਸ ਕਰਕੇ ਤੁਸੀਂ ਵੇਖ ਲਓ, ਪਹਿਲੇ ਦਿਨ ਉਹ ਬਹੁਤ ਵਧੀਆ, ਬਹੁਤ ਵਧੀਆ, ਦੂਜੇ ਦਿਨ ਠੀਕ ਹੈ, ਚੌਥੇ ਦਿਨ ਲੱਭਣਾ ਹੀ ਨਹੀਂ ਮੈਂ। ਉਹਦਾ ਕਾਰਨ ਸਭ ਤੋਂ ਵੱਡਾ ਇਹ ਹੈ ਵੀ ਉਹ ਇੱਕ ਟੇਸਟ ਹੁੰਦਾ ਹੈ, ਮਾਈਂਡ ਦਾ ਟੇਸਟ ਚੇਂਜ ਹੋਇਆ ਤੇ ਵਾਹ ਜੀ ਵਾਹ, ਇੱਥੇ ਹੁਣ ਰੋਜ਼ ਆਉਣਾ। ਪਰ ਪ੍ਰੋਬਲਮ ਕੀ ਹੋ ਗਈ, ਜਦੋਂ ਟੇਸਟ ਆ ਕੇ ਖਤਮ ਹੋ ਗਿਆ ਤੇ ਫਿਰ ਗਈ ਗੱਲ। ਇਸ ਕਰਕੇ ਤੁਸੀਂ ਆਪਣੀ ਜ਼ਿੰਦਗੀ ਨੂੰ ਵੇਖਣਾ, ਇੱਕ ਅੱਧਾ ਦਿਨ ਇਦਾਂ ਦਾ ਹੋਵੇਗਾ ਜਿਹਨੇ ਸਾਨੂੰ ਜੋੜ ਕੇ ਰੱਖ ਦਿੱਤਾ ਹੈ ਗੁਰੂ ਘਰ ਦੇ ਨਾਲ। ਇੱਕ ਅੱਧਾ, ਪਤਾ ਨਹੀਂ ਕਦੇ 10 ਸਾਲ ਪਹਿਲਾਂ ਵਰਤਿਆ ਹੋਵੇਗਾ, 15 ਸਾਲ ਪਹਿਲਾਂ ਵਰਤਿਆ ਹੋਵੇਗਾ, ਹੋ ਸਕਦਾ ਕੱਲ ਹੀ ਵਰਤਿਆ ਹੋਵੇ, ਹੋ ਸਕਦਾ ਅੱਜ ਹੀ ਵਰਤਿਆ ਹੋਵੇ। ਇੱਕ ਅੱਧਾ ਦਿਨ ਇਦਾਂ ਦਾ ਹੁੰਦਾ, ਬਸ ਉਸੇ ਹੀ ਇੱਕ ਅੱਧੇ ਦਿਨ ਦੇ ਆਸਰੇ ਅਸੀਂ ਜ਼ਿੰਦਗੀ ਕੱਢ ਲੈਂਦੇ ਹਾਂ। ਉਹਨੂੰ ਮਹਾਰਾਜ ਕਹਿੰਦੇ ਕਿਨਕਾ ਏਕ ਜਿਸ ਜੀ ਬਸਾਵੇ।
ਮੈਂ ਸਿਰਫ ਇਸ ਗੱਲ ਦੀ ਬੇਨਤੀ ਕੀਤੀ ਹੈ ਕਿ ਭਾਈ ਗੁਰੂ ਤੋਂ ਬਲਿਹਾਰ ਜਾਣਾ, ਮਹਾਰਾਜ ਕਹਿੰਦੇ ਸਤਿਗੁਰ ਵਿਟੋਂ ਵਾਰਿਆ, ਗੁਰੂ ਤੋਂ ਇਸ ਕਰਕੇ ਮੈਂ ਬਲਿਹਾਰ ਜਾਂਦਾ ਹਾਂ। ਤੇ ਬਲਿਹਾਰ ਜਾਣ ਦਾ ਮਤਲਬ ਸਿਰਫ ਇਦਾਂ ਨਹੀਂ ਹੈ ਕਿ ਜ਼ੁਬਾਨੀ ਕਲਾਮੀ ਅਰਥ ਪੜ੍ਹ ਲੈ। ਵਾਕਿਆ ਹੀ ਮਹਾਰਾਜ ਜੀ ਦੇ ਨਾਲ ਗੱਲ ਕਰਦੇ ਸੀ, ਕਹਿੰਦੇ ਸੀ ਵੀ ਸੱਚੇ ਪਾਤਸ਼ਾਹ ਸਿਰ ਵੀ ਤੇਰੇ ਅੱਗੇ ਹੈ, ਹੁਣ ਤੇਰੇ ਹੋ ਗਏ ਹਾਂ। ਸਤਿਗੁਰ ਵਿਟੋਂ ਵਾਰਿਆ, ਜਿਤ ਮਿਲਿਆ ਖਸਮ ਸੰਭਾਲਿਆ। ਦੂਸਰਾ ਪਾਸਾ, ਜਿਹਨੂੰ ਮਿਲ ਕੇ ਤੇ ਮਾਲਕ ਚੇਤੇ ਆਉਂਦਾ ਹੈ। ਅਸੀਂ ਕਿਸੇ ਨੂੰ ਬੁਰਾ ਨਹੀਂ ਕਹਿੰਦੇ, ਹਰ ਇੱਕ ਦੀ ਆਪਣੀ ਆਪਣੀ ਖਿੱਚ ਹੈ। ਪਰ ਇਸ ਚੀਜ਼ ਨੂੰ ਸੋਚ ਕੇ ਵੇਖਿਓ, ਜਿਸ ਧਾਰਮਿਕ ਬੰਦੇ ਦੇ ਲਾਗੇ, ਜਿਹੜਾ ਕਹਿੰਦਾ ਵੀ ਮੈਂ ਧਾਰਮਿਕ ਹਾਂ, ਉਹਦੇ ਲਾਗੇ ਬੈਠ ਕੇ ਤੇ ਸਾਨੂੰ ਸਿਰਫ ਭੁੱਖ ਹੀ ਵੱਧਦੀ ਪਈ ਹੈ ਨਾ, ਵੀ ਹਾਂ ਪਹਿਲਾਂ ਮੇਰੇ ਕੋਲ ਇੰਨਾ ਹੈ ਤੇ ਜੇ ਇਹ ਬਾਬਾ ਅਰਦਾਸ ਕਰੇ ਤੇ ਫਿਰ ਮੇਰੇ ਕੋਲੋਂ ਥੋੜਾ ਜਿਹਾ ਵੱਧ ਜਾਵੇਗਾ। ਜਿਹਦੇ ਲਾਗੇ ਬੈਠ ਕੇ ਸਿਰਫ ਦੁਨੀਆ ਦੀ ਭੁੱਖ ਵੱਧਦੀ ਪਈ ਹੈ, ਉਹ ਦੁਨੀਆਦਾਰੀ ਵਾਲਾ ਬੰਦਾ ਤੇ ਹੋ ਸਕਦਾ ਹੈ, ਉਹ ਧਾਰਮਿਕ ਨਹੀਂ ਹੈ। ਉਹਦੇ ਨਾਮ ਦੇ ਪਿੱਛੇ ਸਤਿਗੁਰੂ ਵੀ ਲੱਗ ਸਕਦਾ ਹੈ, ਅੱਗੇ ਵੀ ਲੱਗ ਸਕਦਾ ਹੈ, ਸੰਤ ਵੀ ਲੱਗ ਸਕਦਾ ਹੈ, ਮਹਾਤਮਾ ਵੀ ਲੱਗ ਸਕਦਾ ਹੈ। ਗੁਰੂ ਕੀ ਹੈ? ਮਹਾਰਾਜ ਕਹਿੰਦੇ ਜਿਸ ਮਿਲਿਆ ਮਨ ਹੋਏ ਆਨੰਦ ਸੋ ਸਤਿਗੁਰੂ ਕਹੀਏ। ਸਤਿਗੁਰੂ ਹੈ ਹੀ ਉਹ ਹੈ ਜਿਹਨੂੰ ਮਿਲ ਕੇ ਮਨ ਦੇ ਵਿੱਚ ਆਨੰਦ ਪੈਦਾ ਹੋ ਜਾਵੇ। ਤੇ ਜਿਹਦੇ ਲਾਗੇ ਬੈਠ ਕੇ ਭੁੱਖ ਵੱਧ ਗਈ, ਉਹ ਗੁਰੂ ਕਾਹਦਾ ਹੋਇਆ? ਇਹ ਤੇ ਇਦਾਂ ਦੀ ਗੱਲ ਹੈ ਨਾ, ਆਪਾਂ ਪਰਸੋਂ ਵਿਚਾਰਿਆ ਸੀ ਵੀ ਦੁਕਾਨ ਦੇ ਉੱਤੇ ਅਸੀਂ ਇੱਕ ਸੌਦਾ ਲੈਣ ਗਏ ਤੇ ਫਿਰ ਸਾਨੂੰ ਉੱਥੇ ਕੋਈ ਚੀਜ਼ ਹੋਰ ਚੰਗੀ ਲੱਗੀ ਤੇ ਅਸੀਂ ਕਿਹਾ ਵੀ ਨਹੀਂ ਇਹ ਵੀ ਲੈ ਜਾਂਦੇ। ਉਹ ਕੀ ਹੋਇਆ ਸੀ? ਸਾਡੀ ਵੇਖ ਕੇ ਭੁੱਖ ਜਾਗੀ ਸੀ। ਤੇ ਜਿਹੜੇ ਗੁਰੂ ਦੇ ਕੋਲ ਅਸੀਂ ਆਪਾਂ ਤੇ ਇਹ ਪੜ੍ਹਦੇ ਹਾਂ ਵੀ ਸਾਚ ਨਾਮ ਆਧਾਰ ਮੇਰਾ ਜਿਨ ਭੁੱਖਾਂ ਸਭ ਗਵਾਈਆਂ, ਵੀ ਮੇਰੀ ਉਹਨੇ ਕੀ ਕੀਤਾ, ਮੈਨੂੰ ਉਹਨੇ ਇੰਨਾ ਸੰਤੁਸ਼ਟ ਕਰ ਦਿੱਤਾ ਹੈ ਗੁਰੂ ਨੇ ਵੀ ਮੇਰੇ ਅੰਦਰੋਂ ਭੁੱਖ ਰਹੀ ਹੀ ਨਹੀਂ ਕਿਸੇ ਚੀਜ਼ ਦੀ। ਜਿਹਨੂੰ ਸਤਿਗੁਰੂ ਕਹਿੰਦੇ ਨੇ ਹੋਰ ਪਹਿਨਣ ਕੀ ਹਮਾਰੀ ਸ਼ਰਧ ਗਈ, ਮਨ ਦੇ ਵਿੱਚੋਂ ਇੱਛਾ ਹੀ ਖਤਮ ਹੋ ਗਈ, ਇੰਨੀ ਸੰਤੁਸ਼ਟੀ ਹੋ ਗਈ ਹੈ। ਤੇ ਜੇ ਗੁਰੂ ਦੇ ਕੋਲ ਆ ਕੇ ਵੀ ਇਦਾਂ ਕਹਿ ਲਈਏ, ਜਿਨ੍ਹਾਂ ਨੂੰ ਗੁਰੂ ਮੰਨਿਆ ਜਾਂਦਾ ਹੈ ਜਾਂ ਅਸੀਂ ਸਮਝਦੇ ਹਾਂ, ਤੇ ਉਹਨਾਂ ਦੇ ਕੋਲ ਕਾਰੋਬਾਰੀ ਵਧਾਏ ਜਾਂਦੇ ਨੇ, ਤੇ ਫਿਰ ਇਹ ਦਿੱਕਤ ਹੈ ਸਾਰੀ। ਇੱਕ ਪਾਸਾ ਹੈ ਕਾਰੋਬਾਰ ਹੋਣੇ, ਕਿਰਤ ਹੋਣੀ, ਇਹ ਵਧੀਆ ਗੱਲ ਹੈ, ਪਰ ਜੇ ਭੁੱਖ ਸਿਰਫ ਵੀ ਗੁਰੂ ਮੇਰੇ ਕਾਰੋਬਾਰ ਵਧਾ ਰਿਹਾ ਹੈ ਤੇ ਫਿਰ ਮਾਫ ਕਰਨਾ, ਅਜੇ ਸਿਰਫ ਉਹਦੇ ਨਾਲ ਕਾਰੋਬਾਰੀਆਂ ਵਾਲਾ ਹੀ ਸੰਬੰਧ ਹੈ, ਸਮੇਤ ਮੇਰੇ, ਭਾਵੇਂ ਮੈਂ ਵੀ ਹੋਵਾਂ ਉਹਦੇ ਵਿੱਚ। ਇਸ ਕਰਕੇ ਮੈਂ ਮਸਕੀਨ ਸਾਹਿਬ ਦਾ ਹਵਾਲਾ ਅੱਗੇ ਰੱਖਦਾ ਹੁੰਦਾ। ਉਹ ਕਹਿੰਦੇ ਕਿਸੇ ਡੇਰੇ ਦੇ ਵਿੱਚ ਮੈਨੂੰ ਕਥਾ ਕਰਨ ਦਾ ਮੌਕਾ ਮਿਲਿਆ ਤੇ ਇੰਪਰੈਸ਼ਨ ਹੁੰਦਾ ਹੈ ਨਾ, ਅਸੀਂ ਕਿੰਨਾ ਚੀਜ਼ਾਂ ਦੇ ਨਾਲ ਇੰਪਰੈਸ਼ਨ ਪਾਉਂਦੇ ਹਾਂ। ਸਾਡੇ ਘਰ 'ਚ ਰਿਸ਼ਤੇਦਾਰ ਆਉਂਦੇ ਨੇ, ਅਸੀਂ ਚੀਜ਼ਾਂ ਵਿਖਾ ਕੇ ਇੰਪਰੈਸ਼ਨ ਪਾਉਂਦੇ ਹਾਂ। ਇੱਦਾਂ ਡੇਰਿਆਂ ਦੇ ਵਿੱਚ ਵੀ ਇੰਪਰੈਸ਼ਨ ਪਾਇਆ ਜਾਂਦਾ ਹੈ ਚੀਜ਼ਾਂ ਵਿਖਾ ਕੇ। ਕਿਉਂ? ਕਿਉਂਕਿ ਇੱਥੇ ਤੇ ਲੋਕਾਂ ਨੇ ਮਿਹਨਤ ਦਾ ਕਮਾਇਆ, ਉੱਥੇ ਤੇ ਲੋਕਾਂ ਨੇ ਚੜਾਇਆ ਹੁੰਦਾ। ਔਰ ਫਿਰ ਜਿਹੜੀਆਂ ਚੀਜ਼ਾਂ ਚੜਾਈਆਂ ਹੁੰਦੀਆਂ ਨੇ, ਜਿਹਦੀ ਜਿੰਨੀ ਜਿੰਨੀ ਪਹੁੰਚ ਓਨੀ ਓਨੀ ਚੜਾ ਗਿਆ। ਕਹਿੰਦੇ ਮੈਂ ਗਿਆ ਡੇਰੇ ਦੇ ਵਿੱਚ ਕਥਾ ਕਰਨ ਤੇ ਮੈਨੂੰ ਕਦੀ ਕੋਈ ਗੱਡੀ ਵਿਖਾ ਦੇਣ, ਕਦੀ ਕੋਈ ਗੱਡੀ ਵਿਖਾ ਦੇਣ ਵੀ ਆਹ ਗੱਡੀ ਸਾਡੇ ਬਾਬਾ ਜੀ ਦੀ। ਕਹਿੰਦੇ ਇਹ ਗੱਡੀਆਂ ਮੈਂ ਬਹੁਤ ਵੇਖੀਆਂ ਨੇ, ਮੈਂ ਬਾਹਰ ਜਾਂਦਾ ਰਹਿਣਾ ਹੈ, ਸਾਰਾ ਕੁਝ ਮੈਂ ਵੇਖ ਲਿਆ ਹੈ। ਮੈਨੂੰ ਕੋਈ ਉਹ ਗੱਲ ਦੱਸੋ ਵੀ ਜਿਹੜੀ ਤੁਹਾਡੇ ਬਾਬਾ ਜੀ ਦੇ ਲਾਗੇ ਬੈਠ ਕੇ ਮੈਂ ਘੱਟੋ ਘੱਟ ਰੱਬ ਦੀ ਗੱਲ ਕਰ ਸਕਾਂ। ਤੇ ਕਹਿੰਦੇ ਫਿਰ ਉਹਨਾਂ ਦੇ ਮੂੰਹ ਹੋਰ ਬਣ ਜਾਂਦੇ ਨੇ, ਗੁੱਸਾ ਲੱਗਦਾ ਅਗਲਿਆਂ ਨੂੰ, ਕਿਉਂਕਿ ਉਹਨਾਂ ਲਈ ਬਾਬਾ ਵੀ ਉਹ ਹੈ ਜਿਹੜਾ ਦੁਨੀਆ ਦੀਆਂ ਪਦਾਰਥਾਂ ਨੂੰ ਖੋਲ ਖੋਲ ਕੇ ਸਾਡੇ ਸਾਹਮਣੇ ਰੱਖ ਦੇਵੇ। ਤੁਹਾਨੂੰ ਸ਼ਾਇਦ ਪਤਾ ਹੋਵੇਗਾ, ਲੋਕੀ ਸਪੈਸ਼ਲ ਬਾਬਿਆਂ ਦੇ ਕੋਲ ਜਾਂਦੇ ਨੇ ਵੀ ਬਾਬਾ ਜੀ ਨੰਬਰ ਦੱਸੋ, ਅਸੀਂ ਲਾਟਰੀ ਪਾਉਣੀ ਹੈ ਤੇ ਕਿਹੜੇ ਨੰਬਰਾਂ ਦੇ ਉੱਤੇ ਲਾਟਰੀ ਲੈ ਕੇ ਪਾਈਏ। ਇਹ ਕੀ ਹੈ? ਇਹ ਭੁੱਖ ਵਧਾਉਣ ਵਾਲੇ ਬਾਬੇ ਨੇ। ਇਹਨਾਂ ਦੇ ਲਾਗੇ ਬੈਠ ਕੇ ਕਦੀ ਰੱਬ ਚੇਤੇ ਨਹੀਂ ਆਵੇਗਾ, ਇਹ ਤੇ ਗੱਲ ਪੱਕੀ ਹੈ। ਇਹਨਾਂ ਦੇ ਲਾਗੇ ਬੈਠ ਕੇ ਕਦੀ ਆਨੰਦ ਨਹੀਂ ਆਵੇਗਾ। ਤੇ ਰੱਬ ਦਾ ਉਹ ਤੇ ਇਦਾਂ ਦੀ ਗੱਲ ਹੈ ਕਿ ਭਾਵੇਂ ਕਿਸੇ ਮੈਲੇ ਜਿਹੇ ਕੱਪੜਿਆਂ ਦੇ ਵਿੱਚ ਬੈਠਾ ਹੋਵੇ, ਉਹ 2-4 ਮਿੰਟ ਇਦਾਂ ਦੀ ਗੱਲ ਕਰੇਗਾ, ਸਾਰੇ ਦਿਨ ਦਾ ਸਕੂਨ ਉਸ ਬੰਦੇ ਦੇ ਲਾਗੇ ਪਿਆ ਹੋਇਆ ਹੈ। ਉਹਨਾਂ ਕਿਸੇ ਸਾਧ ਦੇ ਲਾਗੇ, ਕਿਸੇ ਗਿਆਨੀ ਦੇ ਲਾਗੇ ਬੈਠ ਕੇ ਉਹਨਾਂ ਸਕੂਨ ਨਹੀਂ ਆਉਂਦਾ ਜਿੰਨਾ ਉਸ ਬੰਦੇ ਦੇ ਲਾਗੇ ਬੈਠ ਕੇ ਸਕੂਨ ਆ ਜਾਂਦਾ ਹੈ। ਕਾਰਨ ਸਿਰਫ ਇੰਨਾ ਕੁ ਹੈ ਕਿ ਉਸ ਬੰਦੇ ਨੇ ਅੰਦਰ ਆਨੰਦ ਪਾ ਦਿੱਤਾ ਹੈ। ਮਹਾਰਾਜ ਕਹਿੰਦੇ ਨੇ ਸਤਿਗੁਰ ਵਿਟੋਂ ਵਾਰਿਆ, ਜਿਤ ਮਿਲਿਆ ਖਸਮ ਸੰਭਾਲਿਆ। ਗੁਰੂ ਤੋਂ ਇਸ ਕਰਕੇ ਬਲਿਹਾਰ ਜਾਂਦੇ ਹਾਂ ਜਿਹਨੂੰ ਮਿਲ ਕੇ ਰੱਬ ਚੇਤੇ ਆ ਜਾਵੇ। ਬੜਾ ਸੌਖਾ ਪਾਸਾ ਹੈ। ਅਸੀਂ ਇੱਕ ਗੱਲ ਪੜ੍ਹਦੇ ਹਾਂ ਅਰਦਾਸ ਦੇ ਵਿੱਚ ਵੀ ਸਾਨੂੰ ਉਹਨਾਂ ਪਿਆਰਿਆਂ ਦੇ ਨਾਲ ਮੇਲ ਜਿਨ੍ਹਾਂ ਨੂੰ ਮਿਲ ਕੇ ਤੇਰਾ ਨਾਮ ਚੇਤੇ ਆਵੇ। ਆਪ ਜੀ ਨੂੰ ਯਾਦ ਆ ਗਿਆ ਹੋਵੇਗਾ, ਸਹੀ ਪਿਆਰੇ ਮੇਲ ਜਿਨ੍ਹਾਂ ਮਿਲਿਆ ਤੇਰਾ ਨਾਮ ਚਿੱਤ ਆਵੇ। ਇੱਕ ਤੇ ਉਹ ਹੈ ਵੀ ਮੈਨੂੰ ਉਹਨਾਂ ਗੁਰਸਿੱਖਾਂ ਦੇ ਦਰਸ਼ਨ ਹੋਣ, ਗੁਰਮੁਖਾਂ ਦੇ ਦਰਸ਼ਨ ਹੋਣ, ਦੀਦਾਰ ਖਾਲਸੇ ਕਾ ਜਿਹਨੂੰ ਅਸੀਂ ਕਹਿੰਦੇ ਹਾਂ। ਪਰ ਤੁਸੀਂ ਵੇਖੋ ਕਿ ਜੇ ਸਿੱਖਾਂ ਵੱਲ ਵੇਖ ਕੇ ਲੋਕਾਂ ਨੂੰ ਰੱਬ ਚੇਤੇ ਆ ਜਾਂਦਾ ਹੈ, ਇਹ ਐਵੇਂ ਨਹੀਂ ਕਿ ਇਦਾਂ ਦੀਆਂ ਗੱਲਾਂ ਹੁੰਦੀਆਂ ਵੀ ਵੇਖ ਕੇ ਕਿੱਦਾਂ ਚੇਤੇ ਆ ਜਾਂਦਾ ਹੈ। ਤੁਸੀਂ ਥੋੜ੍ਹਾ ਜਿਹਾ ਪਿੱਛੇ ਕਲਚਰ ਵੇਖ ਲਓ ਨਾ ਸਾਡੇ ਹਿੰਦੁਸਤਾਨ ਦਾ, ਅਜੇ ਵੀ ਕਿਤੇ ਹੋਵੇਗਾ ਕਿ ਉਹ ਜਦੋਂ ਘਰ ਦੇ ਵਿੱਚੋਂ ਜਿਹੜਾ ਸਹੁਰਾ ਹੁੰਦਾ ਹੈ
ਤੇ ਉਹ ਨਹੁੰ ਜਿਹੜੀ ਹੈ ਉਹ ਇਕੱਠੇ ਕਿਤੇ ਇੱਕ ਦੂਸਰੇ ਦੇ ਅੱਗੋਂ ਦੀ ਨਿਕਲਣ ਨਾ, ਤਾਂ ਤੁਸੀਂ ਵੇਖੋ ਨਹੁੰ ਕਿਸੇ ਵੇਲੇ ਸਿਰ ਤੇ ਚੁੰਨੀ ਲੈ ਲੈਂਦੀ ਹੈ। ਚਲੋ ਇੱਥੇ ਆਦਤ ਨਹੀਂ ਹੋਵੇਗੀ, ਇੱਥੇ ਟ੍ਰੈਂਡ ਹੀ ਹੋਰ ਚੱਲਦਾ ਪਿਆ ਹੈ, ਪਰ ਤੁਸੀਂ ਕਿਤੇ ਵੇਖ ਲੈਣਾ ਇਸ ਗੱਲ ਨੂੰ। ਉਹ ਕਿਉਂ ਲੈ ਲੈਂਦੀ ਹੈ? ਇੱਕ ਸਤਿਕਾਰ ਹੈ। ਉਹਨੇ ਕਿਹਾ ਤੇ ਨਹੀਂ ਸੀ ਵੀ ਜਦੋਂ ਮੇਰੇ ਸਾਹਮਣੇ ਆਉਣਾ ਤਾਂ ਚੁੰਨੀ ਲੈਣੀ ਲੈਣੀ ਹੈ। ਇੱਕ ਸਤਿਕਾਰ ਹੈ ਵੀ ਇਹ ਮੇਰਾ ਵੱਡਾ ਹੈ, ਮੈਂ ਇਹਦੇ ਨਿਕਲਦਾ ਜਦੋਂ ਤਾਂ ਮੈਂ ਸਿਰ ਤੇ ਚੁੰਨੀ ਲੈਣੀ ਹੈ। ਹੁਣ ਉਹ ਕੀ ਸੀ? ਵੇਖਦਿਆਂ ਇਸ ਗੱਲ ਨੂੰ ਸਿੱਖ ਲੈਣਾ। ਮਹਾਰਾਜ ਇੱਥੇ ਕਹਿੰਦੇ ਨੇ ਭਾਈ, ਗੁਰੂ ਉਹ ਹੈ ਜਿਹਨੂੰ ਵੇਖਦਿਆਂ ਹੀ ਨਾਮ ਚੇਤੇ ਆ ਜਾਵੇ। ਗੁਰੂ ਉਹ ਹੈ ਜਿਹਨੂੰ ਵੇਖਦਿਆਂ ਰੱਬ ਚੇਤੇ ਆ ਜਾਵੇ। ਗੁਰੂ ਉਹ ਹੈ ਜਿਹਦੇ ਦਰਸ਼ਨ ਕੀਤਿਆਂ ਅੰਦਰ ਰੱਬ ਦੀ ਗੱਲ ਚੱਲਣੀ ਸ਼ੁਰੂ ਹੋ ਜਾਵੇ। ਗੁਰੂ ਉਹ ਨਹੀਂ ਹੈ, ਨਾਮ ਭਾਵੇਂ ਰੱਖ ਲਿਆ ਜਾਵੇ, ਵੀ ਜਿਹਨੂੰ ਵੇਖਦਿਆਂ ਦੁਨੀਆ ਦੀ ਭੁੱਖ ਵੱਧ ਗਈ ਹੈ। ਤੁਸੀਂ ਵੇਖੋ ਨਾ, ਕਈ ਬਾਬਿਆਂ ਦੇ ਕਾਰੋਬਾਰ ਲੋਕਾਂ ਦੀਆਂ ਨੌਕਰੀਆਂ ਦੇ ਉੱਤੇ ਲੱਗੇ ਹੋਏ ਨੇ। ਪਤਾ ਵੀ ਲੋਕਾਂ ਨੂੰ ਨੌਕਰੀਆਂ ਚਾਹੀਦੀਆਂ ਨੇ, ਜਿਨ੍ਹਾਂ ਨੂੰ ਮਿਲੀ ਜਾਂਦੀਆਂ ਨੇ ਉਹ ਭਗਤ ਬਣ ਗਏ, ਜਿਨ੍ਹਾਂ ਨੂੰ ਨਹੀਂ ਮਿਲਦੀਆਂ ਜੇ ਲਾਈਨ 'ਚ ਲੱਗੇ ਹੋਏ ਨੇ। ਉਹਨੂੰ ਕੀ ਕਿਹਾ ਜਾਂਦਾ ਹੈ? ਬੇਨਤੀ ਕਰ ਦੇਵਾਂ, ਧਾਰਮਿਕ ਜ਼ਿੰਦਗੀ ਦਾ ਮਤਲਬ ਪਦਾਰਥ ਨਹੀਂ ਹੈ, ਪਦਾਰਥ ਸੈਕੰਡਰੀ ਰਹਿ ਜਾਂਦਾ ਹੈ। ਧਾਰਮਿਕ ਜ਼ਿੰਦਗੀ ਦਾ ਫਿਰ ਪ੍ਰਾਇਮਰੀ ਕੰਮ ਅਧਿਆਤਮ ਹੀ ਹੈ। ਉਹ ਸਾਡੇ ਅੰਦਰ ਕਿੰਨਾ ਕੁ ਹੈ, ਉਹੀ ਚੀਜ਼ ਸਾਨੂੰ ਸਤਿਗੁਰੂ ਦੇ ਅੱਗੇ ਝੁਕਾਵੇਗੀ। ਤੇ ਪਦਾਰਥ ਦਾ ਤੇ ਸਾਡਾ ਇਹ ਹਾਲ ਹੋ ਜਾਵੇਗਾ ਵੀ ਜਿਹਦੇ ਕੋਲ ਅੱਜ ਪਦਾਰਥ ਮਿਲਦਾ ਹੈ ਅਸੀਂ ਇਹਦੇ ਦੋਸਤ ਹਾਂ, ਕੱਲ ਨੂੰ ਇੱਥੋਂ ਨਹੀਂ ਮਿਲਿਆ ਤੇ ਅਸੀਂ ਬਦਲ ਕੇ ਚਲੇ ਜਾਵਾਂਗੇ, ਕਿਉਂਕਿ ਸਾਨੂੰ ਜਿੱਥੋਂ ਪਦਾਰਥ ਮਿਲਿਆ ਸਾਨੂੰ ਉੱਥੇ ਜਾਣ ਦੀ ਆਦਤ ਪੈ ਜਾਵੇਗੀ। ਸੰਤੁਸ਼ਟੀ ਕਿੱਥੋਂ ਮਿਲਦੀ ਹੈ? ਹਜ਼ੂਰ ਕਹਿੰਦੇ ਸਤਿਗੁਰ ਵਿਟੋਂ ਵਾਰਿਆ ਜਿਤ ਮਿਲਿਆ, ਖਸਮ ਸੰਭਾਲਿਆ, ਜਿਹਨੂੰ ਮਿਲ ਕੇ ਰੱਬ ਚੇਤੇ ਆਉਂਦਾ ਹੈ। ਗੁਰੂ ਉਹ ਹੈ। ਸਾਰੇ ਦਿਨ 'ਚ ਸੋਚ ਕੇ ਵੇਖ ਲੈਣਾ ਵੀ ਰੱਬ ਸਾਨੂੰ ਕਿੰਨੀ ਕੁ ਵਾਰ ਚੇਤੇ ਆਉਂਦਾ ਹੈ। ਜਿਤ ਮਿਲਿਆ ਖਸਮ ਸੰਭਾਲਿਆ। ਤੇ ਫਿਰ ਉਹਨੇ ਕੀਤਾ ਕੀ ਹੈ? ਜਿਨ ਕਰ ਉਪਦੇਸ਼ ਗਿਆਨ ਅੰਜਨ ਦੀਆ। ਗੁਰੂ ਨੇ ਕੀਤਾ ਕੀ ਹੈ? ਜਿਨੇ ਪਹਿਲਾਂ ਉਪਦੇਸ਼ ਕੀਤਾ ਹੈ ਮੈਨੂੰ। ਆਪ ਜੀ ਸਮਝਦੇ ਜੇ ਇਸ ਗੱਲ ਨੂੰ? ਦੇਖੋ, ਸਾਡਾ ਗੁਰੂ ਸ਼ਬਦ ਹੈ, ਉਹ ਜਦੋਂ ਵੀ ਬੋਲਦਾ ਹੈ ਉਪਦੇਸ਼ ਕਰਦਾ ਹੈ। ਅਸੀਂ ਉਪਦੇਸ਼ਕ ਨਹੀਂ ਹਾਂ, ਇਹ ਤੇ ਸਾਡੇ ਲਈ ਸ਼ਬਦ ਵਰਤ ਲਿਆ ਗਿਆ ਹੈ ਵੀ ਉਪਦੇਸ਼ਕ ਨੇ। ਉਪਦੇਸ਼ਕ ਕੋਈ ਨਹੀਂ ਹੈ। ਉਪਦੇਸ਼ ਕਰਨ ਵਾਲਾ ਕੇਵਲ ਤੇ ਕੇਵਲ ਗੁਰੂ ਹੀ ਹੈ। ਸਤਿਗੁਰੂ ਜੀ ਦੀ ਬਾਣੀ ਦਾ ਬਚਨ ਹੈ, ਹਰ ਕੀਆਂ ਕਥਾ ਕਹਾਣੀਆਂ ਗੁਰਮੀਤ ਸੁਣਾਈਆਂ। ਗੁਰੂ ਮਿੱਤਰ ਨੇ ਸੁਣਾਈਆਂ ਨੇ ਰੱਬ ਦੀਆਂ ਕਹਾਣੀਆਂ। ਅਸੀਂ ਕੌਣ ਆ ਸੁਣਾਉਣ ਵਾਲੇ? ਅਸੀਂ ਕੁਝ ਵੀ ਨਹੀਂ ਹਾਂ। ਤੁਹਾਡੇ ਅੰਦਰ ਤੁਹਾਡੇ ਨਾਲ ਬੈਠੇ ਹੋਏ ਹਾਂ। ਬਸ ਇਹ ਮੌਕਾ ਹੈ, ਕੱਲ ਨੂੰ ਤੁਹਾਡੇ ਵਿੱਚੋਂ ਉੱਠ ਕੇ ਕੋਈ ਇੱਥੇ ਬੋਲਦਾ ਹੈ, ਅਸੀਂ ਉੱਥੇ ਚਲੇ ਜਾਂਦੇ ਹਾਂ। ਇਹ ਨਹੀਂ ਹੈ ਵੀ ਬਸ ਅਸੀਂ ਸੁਣਾਉਣ ਹੀ ਵਾਲੇ ਹਾਂ, ਨਹੀਂ। ਹਜ਼ੂਰ ਕੀ ਕਹਿੰਦੇ ਨੇ? ਗੁਰੂ ਕੀ ਕਰਦਾ ਹੈ? ਉਪਦੇਸ਼ ਦਾਤਾ ਹੈ ਗੁਰੂ। ਗੁਰੂ ਉਪਦੇਸ਼ ਬਖਸ਼ਦਾ ਹੈ। ਇੱਕ ਸ਼ਨੀਵਾਰ ਲੇਖ ਪੜ੍ਹੇ ਜਾਂਦੇ ਨੇ, ਉਹਨਾਂ ਦੇ ਵਿੱਚੋਂ ਇੱਕ ਲੇਖ ਹੈ, ਉਹਦੇ ਵਿੱਚ ਇੱਕ ਗੱਲ ਬੋਲੀ ਜਾਂਦੀ ਹੁੰਦੀ ਸੀ ਵੀ ਲੋਕਾਂ ਦੀ ਮੈਂਟੈਲਿਟੀ ਕੀ ਹੈ। ਥੋੜ੍ਹਾ ਜਿਹਾ ਧਿਆਨ ਦੇ ਨਾਲ ਉਹਨਾਂ ਨੂੰ ਸਮਝਣ ਦੀ ਲੋੜ ਹੁੰਦੀ ਹੈ, ਵੈਸੇ ਡੂੰਘੇ ਹੁੰਦੇ ਨੇ। ਤੇ ਉਹਦੇ ਵਿੱਚ ਇੱਕ ਗੱਲ ਹੈ ਵੀ ਬਹੁਤੇ ਲੋਕਾਂ ਨੂੰ ਤੁਸੀਂ ਵੇਖੋਗੇ ਨਾ, ਤੇ ਉਹ ਕੀ ਕਰਨਗੇ? ਆਪਣੇ ਬਾਬੇ ਦੇ ਕੱਪੜਿਆਂ ਨੂੰ ਵੇਖ ਵੇਖ ਕੇ ਖੁਸ਼ ਹੋਈ ਜਾਣਗੇ ਵੀ ਆਹ ਕੱਪੜੇ ਸਾਡੇ ਬਾਬਾ ਜੀ ਪਾਉਂਦੇ ਹੁੰਦੇ ਸੀ। ਆਪਣੇ ਬਾਬੇ ਦੇ ਜੋੜੇ ਵੇਖ ਵੇਖ ਕੇ ਖੁਸ਼ ਹੋਈ ਜਾਣਗੇ ਵੀ ਆਹ ਜੋੜੇ ਸਾਡੇ ਬਾਬਾ ਜੀ ਨੇ ਵਰਤੇ ਸੀ, ਆਹ ਖੁੰਡੀ ਸਾਡੇ ਬਾਬਾ ਜੀ ਨੇ ਵਰਤੀ ਸੀ, ਆਹ ਦਸਤਾਰ ਸਾਡੇ ਬਾਬਾ ਜੀ ਦੀ। ਠੀਕ ਹੈ, ਉਹਦੇ ਸਰੀਰ ਨੂੰ ਲੱਗ ਕੇ ਉਹ ਚੀਜ਼ਾਂ ਪਵਿੱਤਰ ਹੋ ਗਈਆਂ ਨੇ, ਨਮਸਕਾਰ ਹੈ। ਪਰ ਜਿਹਦੇ ਕਰਕੇ ਉਹ ਚੀਜ਼ਾਂ ਪਵਿੱਤਰ ਹੋਈਆਂ ਨੇ, ਉਸ ਗੁਰੂ ਦੀ ਗੱਲ ਵੱਲ ਤੇ ਧਿਆਨ ਦੇ ਦਿੱਤਾ ਜਾਵੇ ਵੀ ਉਹ ਗੁਰੂ ਕਿੰਨਾ ਪਵਿੱਤਰ ਹੋਵੇਗਾ। ਜਿਹਦੀਆਂ ਚੀਜ਼ਾਂ ਨੂੰ ਮੱਥਾ ਟੇਕ ਟੇਕ ਲੋਕ ਮੁੜੀ ਜਾਂਦੇ ਨੇ, ਉਹ ਗੁਰੂ ਆਪ ਕਿੰਨਾ ਪਵਿੱਤਰ ਹੋਵੇਗਾ। ਉਹਦੇ ਵੱਲ ਕੌਣ ਧਿਆਨ ਦਿੰਦਾ ਹੈ ਵੀ ਉਹ ਗੁਰੂ ਕਿਵੇਂ ਦਾ ਹੋਵੇਗਾ? ਸੌਖਾ ਹੈ, ਮੈਂ ਫੇਰ ਕਹਿ ਦੇਵਾਂ, ਇਹ ਚੀਜ਼ਾਂ ਸਾਡੀਆਂ ਸਤਿਕਾਰਯੋਗ ਨੇ, ਇਹਨਾਂ ਦਾ ਧਿਆਨ ਰੱਖਣਾ ਚਾਹੀਦਾ ਹੈ, ਸਨਮਾਨ ਕਰਨਾ ਚਾਹੀਦਾ ਹੈ। ਪਰ ਨਾਲ ਹੀ ਮੈਂ ਇਹ ਵੀ ਕਹਿ ਦੇਵਾਂ, ਭਗਤੀ ਕੇਵਲ ਤੇ ਕੇਵਲ ਗੁਰੂ ਦੀ। ਮਹਾਰਾਜ ਕਹਿੰਦੇ ਨੇ, ਗੁਰਮੁਖ ਸੋ ਕਰ ਦੋਸਤੀ ਸਤਿਗੁਰ ਸੋ ਲਾਏ ਚਿੱਤ। ਜਿਹਦੇ ਨਾਲ ਮਰਜ਼ੀ ਦੋਸਤੀ ਬਣਾ, ਧਿਆਨ ਤੇਰਾ ਗੁਰੂ ਦੇ ਵੱਲ ਹੋਣਾ ਚਾਹੀਦਾ ਹੈ। ਧਿਆਨ ਤੇਰਾ ਗੁਰੂ ਦੇ ਵੱਲ ਹੋਵੇ, ਇਹ ਨਾ ਵੀ ਧਿਆਨ ਤੇਰਾ ਉਹਦੇ ਵੱਲ ਹੀ ਹੋ ਜੇ ਤੇ ਗੁਰੂ ਵੱਲੋਂ ਧਿਆਨ ਹਟ ਜਾਵੇ। ਜਿਨ ਕਰ ਉਪਦੇਸ਼ ਗਿਆਨ ਅੰਜਨ ਦੀਆ। ਗੁਰੂ ਇੱਕ ਕੰਮ ਕਰਦਾ ਹੈ। ਅੰਜਨ ਦਾ ਵੈਸੇ ਅਰਥ ਹੁੰਦਾ ਹੈ ਸੁਰਮਾ। ਜਿੱਦਾਂ ਅੱਖ ਦੀ ਸਫਾਈ ਦੇ ਲਈ ਲੋਕ ਸੁਰਮਾ ਪਾਉਂਦੇ ਨੇ, ਇਹ ਵੈਸੇ ਕਿਉਂਕਿ ਇਹ ਅਸਲ ਦੇ ਵਿੱਚ ਇਸ ਪਾਸੇ ਤੋਂ ਵੀ ਸ਼ੁਰੂ ਹੋਇਆ ਸੀ, ਉਹ ਬਾਅਦ ਦੇ ਵਿੱਚ ਫੈਸ਼ਨ ਵਾਲੇ ਪਾਸੇ ਦੇ ਉੱਤੇ ਚੱਲ ਗਿਆ ਕੰਮ। ਸਤਿਗੁਰੂ ਕੀ ਕਹਿੰਦੇ ਨੇ? ਗਿਆਨ ਅੰਜਨ, ਗਿਆਨ ਦਾ ਸੁਰਮਾ। ਹੁਣ ਇਹ ਗਿਆਨ ਦਾ ਸੁਰਮਾ ਨਾ ਤੇ ਕਦੀ ਬਣਿਆ ਹੈ ਤੇ ਨਾ ਇਦਾਂ ਹੀ ਸਿੱਧਾ ਅੱਖਾਂ ਦੇ ਵਿੱਚ ਪਾ ਲਿਆ ਜਾਂਦਾ। ਗਿਆਨ ਜਦੋਂ ਵੀ ਮਿਲਦਾ ਹੈ, ਮਹਾਰਾਜ ਕਹਿੰਦੇ ਵੀ ਸ਼ਬਦ ਤੋਂ ਮਿਲਦਾ ਹੈ। ਤੇ ਸ਼ਬਦ ਦਾ ਅਸਰ ਕਿੱਥੇ ਹੁੰਦਾ ਹੈ? ਸਾਡੇ ਦਿਮਾਗ ਦੇ ਉੱਤੇ ਹੁੰਦਾ ਹੈ, ਸਾਡੇ ਦਿਲ ਦੇ ਉੱਤੇ ਅਸਰ ਹੁੰਦਾ ਹੈ। ਇਸ ਕਰਕੇ ਗਿਆਨ ਅੰਜਨ ਇੱਕ ਸ਼ਬਦ ਵਰਤ ਲਿਆ ਗਿਆ ਹੈ। ਮਹਾਰਾਜ ਕਹਿੰਦੇ ਨੇ, ਜਿਨ ਕਰ ਉਪਦੇਸ਼, ਜਿਸ ਗੁਰੂ ਨੇ ਉਪਦੇਸ਼ ਕਰਕੇ ਕੀ ਕੀਤਾ? ਗਿਆਨ ਅੰਜਨ ਦੀਆ। ਅੱਜ ਜੋ ਅਸੀਂ ਬੈਠਦੇ ਹਾਂ ਨਾ, ਜਿੰਨੇ ਅਸੀਂ ਇੱਥੇ ਬੈਠਦੇ ਹਾਂ, ਇਹ ਸਮਝ ਲਓ ਰੋਜ਼ ਥੋੜਾ ਥੋੜਾ, ਜਿੱਦਾਂ ਕਿਸੇ ਦੀ ਮਾਲਕ ਤੰਦਰੁਸਤੀ ਦੇਵੇ, ਕਿਤੇ ਅੱਖ ਖਰਾਬ ਹੋ ਜਾਵੇ
ਤੇ ਡਾਕਟਰ ਉਹਨੂੰ ਇੱਕ दारू ਲਿਖ ਕੇ ਦੇ ਦੇਵੇ, ਡ੍ਰੌਪ ਲਿਖ ਕੇ ਦੇ ਦੇਵੇ ਵੀ ਭਾਈ ਆਹ 2-2 ਬੂੰਦਾਂ ਰੋਜ਼ ਦੀਆਂ ਪਾਉਣੀਆਂ ਨੇ। ਆ ਜੋ ਕੁਝ ਅਸੀਂ ਕਰਦੇ ਪਏ ਆ ਨਾ, ਸਮਝ ਲਓ ਇਹ ਦਿਮਾਗ ਦੇ ਵਿੱਚ 2-2 ਬੂੰਦਾਂ ਪਾਉਣ ਦੀ ਕੋਸ਼ਿਸ਼, ਵੀ ਸ਼ਾਇਦ ਸਾਨੂੰ ਥੋੜ੍ਹਾ ਜਿਹਾ ਹੋਰ ਪਤਾ ਲੱਗ ਜਾਵੇ, ਸ਼ਾਇਦ ਥੋੜ੍ਹਾ ਜਿਹਾ ਹੋਰ ਪਤਾ ਲੱਗ ਜਾਵੇ, ਥੋੜ੍ਹਾ ਜਿਹਾ ਹੋਰ ਅੱਗੇ ਜਾ ਸਕੀਏ। ਇਹਦੇ ਤੋਂ ਉੱਤੇ ਕੁਝ ਵੀ ਨਹੀਂ ਹੈ। ਉਹ ਕੀ ਕਰਦਾ ਹੈ, ਉਹ ਜਾਣਕਾਰੀ ਦਿੰਦਾ ਹੈ, ਉਪਦੇਸ਼ ਦਿੰਦਾ ਹੈ, ਤੇ ਸਾਡੇ ਦਿਮਾਗ ਦੇ ਕਪਾਟ ਖੁੱਲ੍ਹਦੇ ਨੇ। ਜਿਹਨੂੰ ਕਹਿੰਦੇ ਨੇ ਨਾ ਕੂੜ ਦੀ ਕੰਧ ਉਹ ਢਹਿੰਦੀ ਹੈ। ਸਤਿਗੁਰੂ ਜੀ ਦੀ ਬਾਣੀ ਦਾ ਬਚਨ ਹੈ, ਖੁੱਲੜੇ ਕਪਾਟ ਨਾਨਕ ਸਤਿਗੁਰ ਭੇਟ ਤੇ। ਕਪਾਟ ਵੈਸੇ ਕਿਵਾੜ ਹੁੰਦਾ ਜਿਹਦਾ ਦਰਵਾਜ਼ਾ ਖੁੱਲਣਾ ਨਾ। ਜਿਹੜੇ ਮਨ ਦੇ ਉੱਤੇ ਜੰਗਾਲ ਲੱਗਾ ਹੋਇਆ ਹੈ ਨਾ, ਵੀ ਨਵੀਂ ਗੱਲ ਆਉਂਦੀ ਹੈ ਤੇ ਆਉਂਦਿਆਂ ਪਿੱਛੇ ਚਲੀ ਜਾਂਦੀ ਹੈ। ਨਵੀਂ ਗੱਲ ਕੋਈ ਸੁਣਨ ਨੂੰ ਪਹਿਲੀ ਗੱਲ ਤੇ ਮਨ ਤਿਆਰ ਹੀ ਨਹੀਂ। ਜਿਹੜੀਆਂ ਗੱਲਾਂ ਪਹਿਲਾਂ ਮਨ ਬਣਾ ਕੇ ਬੈਠਾ ਹੈ, ਥੋੜਾ ਜਿਹਾ ਸਬਜੈਕਟ ਚੇਂਜ ਹੋਇਆ, ਮਨ ਕਹਿੰਦਾ ਵੀ ਨਹੀਂ ਇਹ ਗੱਲਾਂ ਤੇ ਮੇਰੇ ਵਾਲੀਆਂ ਹੈ ਹੀ ਨਹੀਂ, ਆਪਾਂ ਉਹਨਾਂ ਹੀ ਗੱਲਾਂ ਨੂੰ ਸੁਣਾਂਗੇ ਜਿਹੜੀਆਂ ਪਹਿਲਾਂ ਸੁਣਨ ਦੀ ਆਦਤ ਹੈ। ਇਸ ਕਰਕੇ ਕੀ ਹੋ ਗਿਆ, ਨਵਾਂ ਵਿਚਾਰ ਐਂਟਰ ਹੀ ਨਹੀਂ ਹੋਣ ਦਿੰਦਾ। ਮਹਾਰਾਜ ਕਹਿੰਦੇ ਜਿਹੜੇ ਦਰਵਾਜ਼ੇ ਬੰਦ ਕਰਕੇ ਬੈਠਾ ਹੋਇਆ ਹੈ ਨਾ ਮਨ, ਵੀ ਨਵੀਂ ਵਿਚਾਰ ਆਪਣੇ ਅੰਦਰ ਨਹੀਂ ਆਉਣੀ। ਗੁਰੂ ਬਖਸ਼ਿਸ਼ ਦੇ ਨਾਲ ਇਹ ਗੱਲ ਬਣਦੀ ਹੈ, ਖੁੱਲੜੇ ਕਪਾਟ ਨਾਨਕ ਸਤਿਗੁਰ ਭੇਟ ਤੇ। ਗੁਰੂ ਨੂੰ ਮਿਲਦਿਆਂ ਉਹ ਕਿਵਾੜ ਖੁੱਲਣੇ ਸ਼ੁਰੂ ਹੁੰਦੇ ਨੇ। ਦਿਮਾਗ ਦਾ ਬੰਦ ਦਰਵਾਜ਼ਾ ਗੁਰੂ ਖੋਲ ਕੇ ਰੱਖਦਾ। ਫਰਕ ਸਿਰਫ ਇੰਨਾ ਕੁ ਹੈ, ਜਿਨ ਕਰ ਉਪਦੇਸ਼ ਗਿਆਨ ਅੰਜਨ ਦੀਆ, ਇੰਨੀ ਨੇਤਰੀ ਜਗਤ ਨਿਹਾਲਿਆ। ਕਹਿੰਦੇ ਫਿਰ ਇਹਨਾਂ ਅੱਖਾਂ ਦੇ ਨਾਲ ਸੰਸਾਰ ਵੇਖਿਆ। ਹੁਣ ਵੀ ਤੇ ਅਸੀਂ ਸੰਸਾਰ ਵੇਖਦੇ ਹੀ ਪਏ ਹਾਂ। ਤੇ ਫਿਰ ਗੁਰੂ ਕਿਹੜੀ ਦਾਤ ਦੇ ਦਿੰਦਾ ਹੈ ਜਿਹਦੇ ਕਰਕੇ ਸੰਸਾਰ ਹੋਰ ਤਰੀਕੇ ਦਾ ਦਿਸਣਾ ਸ਼ੁਰੂ ਹੋ ਜਾਂਦਾ ਹੈ। ਸ਼ਾਇਦ ਆਪ ਜੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਵਿੱਚੋਂ ਬਾਣੀ ਪੜ੍ਹੋਗੇ ਨਾ, ਤੇ ਮਹਾਰਾਜ ਨੇ 2 ਤਰੀਕਿਆਂ ਦੇ ਲੋਕਾਂ ਦੀ ਗੱਲ ਕੀਤੀ ਹੈ, ਵੀ 2 ਤਰੀਕੇ ਦੇ ਲੋਕ ਸੰਸਾਰ ਵੇਖਦੇ ਨੇ। ਇੱਕ ਸਾਧੂ ਵੇਖਦਾ ਹੈ ਸੰਸਾਰ, ਤੇ ਇੱਕ ਸਾਡੇ ਵਰਗੇ ਵੇਖਦੇ ਨੇ। ਸਾਡੇ ਵਰਗਿਆਂ ਦਾ ਹਾਲ ਤੇ ਫਿਰ ਉਹ ਅਗਲੀ ਪੰਕਤੀ ਦੇ ਵਿੱਚ ਆ ਜਾਵੇਗਾ। ਮੈਂ ਆਪ ਜੀ ਦੇ ਅੱਗੇ ਇੱਕ ਸ਼ਬਦ ਰੱਖ ਦੇਵਾਂ। ਹਜ਼ੂਰ ਕਹਿੰਦੇ ਨੇ ਅਸਲ ਦੇ ਵਿੱਚ ਆਹ ਜਿਹੜਾ ਸੰਸਾਰ ਹੈ, ਸਾਨੂੰ ਇੱਕ ਡਰ ਲੱਗਾ ਹੋਇਆ ਇਸ ਸੰਸਾਰ ਦੇ ਵਿੱਚ, ਕੁਝ ਖਤਮ ਨਾ ਹੋ ਜਾਵੇ। ਖਤਮ ਨਾ ਹੋਣ ਦੇ ਡਰ ਦੇ ਵਿੱਚ ਅਸੀਂ ਵੇਖੋ ਚੈਨ ਵੀ ਨਹੀਂ ਕਰਦੇ, ਟਿਕਦੇ ਵੀ ਨਹੀਂ ਹਾਂ ਵੀ ਸਾਡੇ ਕੋਲ ਆਹ ਚੀਜ਼ ਹੁਣ ਮੁੱਕ ਜਾਣੀ ਹੈ, ਮੈਂ ਇਹਨੂੰ ਅੱਗੇ ਹੋਰ ਲੈ ਕੇ ਜਾਵਾਂ। ਹਾਲਾਂਕਿ ਧਰਤੀ ਦੇ ਉੱਤੇ ਇੰਨੇ ਭੰਡਾਰੇ ਨੇ, ਕਦੀ ਮੁੱਕ ਨਹੀਂ ਸਕਦੇ, ਕਦੀ ਨਹੀਂ ਮੁੱਕ ਸਕਦੇ। ਜੇ ਮੁੱਕ ਜਾਣਗੇ ਤਾਂ ਤਰੀਕਾ ਬਦਲਿਆ ਜਾਵੇਗਾ। ਆਪਾਂ ਇੱਕ ਬਚਨ ਪੜ੍ਹਦੇ ਹਾਂ ਸਤਿਗੁਰੂ ਜੀ ਦਾ, ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦਾ ਸ਼ਬਦ ਹੈ। ਹਜ਼ੂਰ ਕਹਿੰਦੇ ਨੇ, ਘਰ ਘਰ ਲਸ਼ਕਰ ਪਾਵਕ ਤੇਰਾ, ਧਰਮ ਕਰੇ ਸਿਕਦਾਰੀ। ਉੱਥੇ ਸ਼ਬਦ ਹੈ, ਨਾ ਸਾਬੂਰ ਹੋਵੇ ਫਿਰ ਮੰਗੇ ਨਾਰਦ ਕਰੇ ਖੁਆਰੀ। ਕਿ ਸੱਚੇ ਪਾਤਸ਼ਾਹ ਤੂੰ ਤੇ ਇਦਾਂ ਦਾ ਹੈ ਵੀ ਜਿੱਦਾਂ ਨਾ ਉਹਨੇ ਧਰਤੀ ਦੇ ਵਿੱਚ ਇੱਕ ਦੇਗ ਬਣਾ ਕੇ ਰੱਖ ਦਿੱਤੀ ਹੈ। ਧਰਤੀ ਦੇਗ ਬਣਾ ਕੇ ਰੱਖ ਦਿੱਤੀ ਹੈ। ਧਰਤੀ ਦੇਗ ਮਿਲੇ ਇੱਕ ਵੇਰਾ, ਮੇਕਾ ਘੜੀ ਸੰਭਾਲੀ। ਧਰਤੀ ਦੇਗ ਬਣਾ ਕੇ ਰੱਖ ਦਿੱਤੀ। ਜੋ ਕੁਝ ਪਾਇਆ ਅਸੀਂ ਪਾਇਆ ਵੀ ਨਹੀਂ ਹੈ, ਬਸ ਕੱਢੀ ਜਾਓ ਕੱਢੀ ਜਾਓ। ਤੁਸੀਂ ਕਿੰਨਾ ਕੁਝ ਧਰਤੀ ਦੇ ਵਿੱਚੋਂ ਪੈਦਾ ਹੋਇਆ ਖਾਈ ਜਾਂਦੇ ਹਾਂ, ਮੁੱਕਦਾ ਤੇ ਨਹੀਂ ਹੈ। ਪਰ ਹੈਰਾਨ ਹੋ ਜਾਓਗੇ, ਸਾਨੂੰ ਪਤਾ ਵੀ ਹੈ ਵੀ ਨਹੀਂ ਮੁੱਕੇਗਾ, ਸਾਨੂੰ ਫਿਰ ਵੀ ਡਰ ਹੈ ਵੀ ਹਾਏ ਕਿਤੇ ਮੁੱਕ ਨਾ ਜਾਵੇ। ਇਹ ਜਿਹੜਾ ਡਰ ਹੈ ਨਾ, ਇੱਕ ਇਸ ਤਰੀਕੇ ਨਾਲ ਜ਼ਿੰਦਗੀ ਜੀਵੀ ਜਾਂਦੀ ਹੈ। ਇਹ ਸਾਰਿਆਂ ਦੇ ਨਾਲ ਹੁੰਦਾ। ਇਸ ਕਰਕੇ ਮਹਾਰਾਜ ਨੇ ਇਹ ਕਹਿ ਦਿੱਤਾ ਹੈ ਵੀ ਨਿਰਭਉ ਹੋਏ ਭਜੋ ਭਗਵਾਨ। ਉਹ ਜਿਹੜੇ ਡਰ ਨੇ ਨਾ, ਉਹ ਨਿਰਭਉ ਹੋਣ ਹੀ ਨਹੀਂ ਦਿੰਦੇ। ਇੱਕ ਦੁਨੀਆ ਇਦਾਂ ਦੁਨੀਆ ਵੇਖਦੀ ਹੈ। ਇੱਕ ਤੁਸੀਂ ਆਪਣੀ ਦ੍ਰਿਸ਼ਟੀ ਦੇ ਨਾਲ ਦੁਨੀਆ ਨੂੰ ਵੇਖੋ ਵੀ ਜਿਹੜੀ ਦੁਨੀਆ ਦੇ ਵਿੱਚ ਰਹਿ ਰਹੇ ਹਾਂ, ਅਸੀਂ ਕੀ ਸੋਚਦੇ ਹਾਂ ਇਸ ਦੁਨੀਆ ਦੇ ਬਾਰੇ। ਤੇ ਮਹਾਰਾਜ ਜੀ ਨੂੰ ਇੱਕ ਪਾਸੇ ਤੋਂ ਇਦਾਂ ਕਹਿੰਦੇ ਨੇ, ਨਾਨਕ ਦੁਨੀਆ ਕੈਸੀ ਹੋਈ, ਸਾਲਕ ਮਿਤ ਨਾ ਰਹਿਓ ਕੋਈ। ਭਾਈ ਬੰਦੀ ਹੇਤ ਚੁਕਾਇਆ, ਦੁਨੀਆ ਕਾਰਨ ਦੀਨ ਗਵਾਇਆ। ਭਰਾਵਾਂ ਨੇ ਭਰਾਵਾਂ ਦੇ ਉੱਤੇ ਬੇਵਿਸ਼ਵਾਸੀ ਕੀਤੀ ਹੋਈ ਹੈ। ਬਾਕੀਆਂ ਦੀ ਤੇ ਗੱਲ ਹੀ ਬੜੀ ਦੂਰ ਦੀ ਹੈ। ਜਿਨ੍ਹਾਂ ਘਰਾਂ ਦੇ ਵਿੱਚ ਇਹ ਨਹੀਂ ਹੈ, ਨਮਸਕਾਰ ਹੈ ਉਹਨਾਂ ਘਰਾਂ ਨੂੰ। ਬਾਕੀਆਂ ਦੀ ਤੇ ਗੱਲ ਹੀ ਬੜੀ ਦੂਰ ਦੀ ਹੈ। ਆਪਣੇ ਪਰਿਵਾਰ ਵਾਲਿਆਂ ਨੂੰ ਦੂਸਰੇ ਦੇ ਉੱਤੇ ਯਕੀਨ ਨਹੀਂ ਹੈ। ਇਦਾਂ ਵੀ ਦੁਨੀਆ ਨਜ਼ਰ ਆਉਂਦੀ ਹੈ। ਕਿ ਅਸੀਂ ਇਸ ਪਾਸੇ ਤੋਂ ਦੁਨੀਆ ਵੇਖਦੇ ਹਾਂ, ਅਸੀਂ ਨਹੀਂ ਵੇਖ ਪਾਉਂਦੇ। ਸਾਡੇ ਲਈ ਫਿਰ ਉਹੀ ਇੱਕ ਚੀਜ਼ ਤਿਆਰ ਹੈ ਵੀ ਹਾਏ ਕਿਤੇ ਖਤਮ ਨਾ ਹੋ ਜਾਵੇ, ਮੁੱਕ ਨਾ ਜਾਵੇ। ਤੇ ਉਹ ਜਦੋਂ ਮੁੱਕ ਨਾ ਜਾਣ ਦਾ ਡਰ ਹੈ ਨਾ, ਸਾਨੂੰ ਦੁਨੀਆ ਨੂੰ ਵੇਖਣ ਹੀ ਨਹੀਂ ਦਿੰਦਾ। ਸਾਨੂੰ ਕਦੀ ਅਸੀਂ ਸੰਸਾਰ ਨੂੰ ਉਸ ਪਾਸੇ ਤੋਂ ਵੇਖ ਹੀ ਨਹੀਂ ਪਾਉਂਦੇ। ਮਾਲਕ ਨੇ ਜਿਹੜੇ ਸੰਤੁਸ਼ਟ ਕੀਤੇ ਨੇ, ਮਾਲਕ ਤੰਦਰੁਸਤੀਆਂ ਦੇਵੇ ਉਹਨਾਂ ਨੂੰ। ਪਰ ਤੁਸੀਂ ਸੋਚ ਕੇ ਵੇਖਿਓ, ਜਿਹੜੇ ਭੁੱਖੇ ਨੇ ਉਹਨਾਂ ਨੂੰ ਇਸੇ ਗੱਲ ਦਾ ਡਰ ਹੈ ਵੀ ਜੇ ਮੁੱਕ ਗਿਆ ਤੇ ਸਾਡਾ ਕੀ ਬਣੇਗਾ, ਭਾਵੇਂ ਕਿ ਢੇਰ ਲੱਗੇ ਪਏ। ਦਾਤਾਰ ਕਹਿੰਦੇ ਇੱਕ ਤੇ ਇਦਾਂ ਦੁਨੀਆ ਵੇਖੀ ਜਾਂਦੀ ਹੈ। ਦੂਸਰਾ ਪਾਸਾ ਤੁਸੀਂ ਕਦੀ ਇਸ ਗੱਲ ਨੂੰ ਸੋਚ ਕੇ ਵੇਖਿਓ, ਕਿਉਂਕਿ ਮੈਂ ਤੇ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਦਾ ਹੀ ਅੱਜ ਵੀ ਵੈਸੇ ਹੁਕਮ ਸੀ, ਉਹ ਤੋਂ ਪਹਿਲਾਂ ਦੀ ਵੀ ਗੱਲ ਹੈ। ਮਹਾਰਾਜ ਕਹਿੰਦੇ ਨੇ ਕਿ ਇਹ ਜੱਗ
ਮੀਤ ਨਾ ਦੇਖਿਓ ਕੋਈ। ਉੱਥੇ ਸ਼ਬਦ ਹੈ ਮਹਾਰਾਜ ਜੀ ਦਾ ਕਿ ਸਗਲ ਜਗਤ ਆਪਣੇ ਸੁਖ ਲਾਗਿਓ, ਦੁੱਖ ਮੈਂ ਸੰਗ ਨਾ ਹੋਈ। ਦੇਖੋ ਸਾਨੂੰ ਸਾਰਿਆਂ ਨੂੰ ਪਤਾ ਵੀ ਹੈ, ਅਸੀਂ ਏਡੇ ਅਣਜਾਣ ਨਹੀਂ ਹੈ ਇਸ ਦੁਨੀਆ ਦੇ ਵਿੱਚ ਵੀ ਸਾਨੂੰ ਪਤਾ ਵੀ ਹਰ ਕੋਈ ਕਿਸੇ ਦੂਸਰੇ ਨਾਲ ਮਤਲਬ ਦੇ ਨਾਲ ਜੁੜਿਆ ਹੋਇਆ ਹੈ। ਜੇ ਅਸੀਂ ਕਹੀਏ ਨਾ ਵੀ ਨਹੀਂ ਜੀ ਇਹ ਤਾਂ ਝੂਠ ਹੈ, ਮਤਲਬ ਦੇ ਨਾਲ ਨਹੀਂ ਜੁੜਿਆ, ਦਿਨਾਂ ਦੇ ਅਦਾਲਤਾਂ 'ਚ ਵਿਆਹਾਂ ਦੇ ਝਗੜੇ ਚੱਲਦੇ ਪਏ, ਉਹਨਾਂ ਨੂੰ ਪੁੱਛ ਕੇ ਵੇਖੋ ਵੀ ਕਿਹੜੇ ਮਤਲਬ ਦੇ ਨਾਲ ਜੁੜੇ ਹੋਏ ਨੇ, ਪਤਾ ਲੱਗ ਜਾਵੇਗਾ। ਜਿਹਨੂੰ ਅਸੀਂ ਪਿਆਰ ਕਹਿੰਦੇ ਹਾਂ ਨਾ, ਅਸਲ ਦੇ ਵਿੱਚ ਇਹ ਇੱਕ ਵਧੀਆ ਹੈ, ਇੱਕ ਦੂਸਰੇ ਦੀ ਸਮਝ ਹੋਣੀ ਚਾਹੀਦੀ ਹੈ, ਬਹੁਤ ਵਧੀਆ ਗੱਲ ਹੈ। ਪਰ ਰੱਬ ਨਾ ਕਰੇ ਜਿਨ੍ਹਾਂ ਦੇ ਕਿਤੇ ਖਿਲਾਰੇ ਪੈ ਜਾਂਦੇ ਨੇ, ਉਹ ਫਿਰ ਵੇਖੋ ਕਿੱਦਾਂ ਗਿਣ ਗਿਣ ਕੇ ਬਦਲੇ ਲੈਂਦੇ ਨੇ। ਉਹ ਕਿੱਥੇ ਚਲਾ ਗਿਆ ਪਿਆਰ? ਜਿੰਨਾ ਪਿਆਰ ਸੀ ਓਨੀ ਨਫ਼ਰਤ ਹੋ ਗਈ, ਓਨੀ ਈਰਖਾ ਹੋ ਗਈ ਇਸ ਪਾਸੇ ਤੋਂ, ਓਨਾ ਗੁੱਸਾ ਆਉਣ ਲੱਗ ਪਿਆ। ਦੁਨੀਆ ਇੱਦਾਂ ਵੀ ਵੇਖੀ ਜਾ ਸਕਦੀ ਹੈ। ਅਸੀਂ ਕਿੱਦਾਂ ਵੇਖਦੇ ਹਾਂ ਇਸ ਦੁਨੀਆ ਨੂੰ? ਤੇ ਸੋਚੋ ਜਰਾ, ਜਿੰਨੀ ਸਾਡੀ ਉਮਰ ਹੁੰਦੀ ਹੈ ਤੇ ਜਦੋਂ ਸਾਨੂੰ ਹੋਸ਼ ਆਉਣੀ ਸ਼ੁਰੂ ਹੁੰਦੀ ਹੈ, ਅਸੀਂ ਉਦੋਂ ਮਿਹਨਤ ਕਰਨੀ ਸ਼ੁਰੂ ਕਰਦੇ ਹਾਂ ਵੀ ਕੁਝ ਬਣਾਉਣ ਜਾਈਏ ਦੁਨੀਆ ਦੇ ਵਿੱਚ, ਕੁਝ ਬਣਾਉਣ ਜਾਈਏ। ਤੇ ਸਾਡੇ ਦੇਸ਼ ਦੀ ਤਾਂ ਮੈਂਟੈਲਿਟੀ ਇਹੋ ਹੀ ਹੈ ਨਾ, ਆਪਣੇ ਲਈ ਭਾਵੇਂ ਘੱਟ ਬਣੇ, ਬੱਚਿਆਂ ਲਈ ਜ਼ਿਆਦਾ ਬਣਾ ਕੇ ਜਾਂਦੇ। ਤੇ ਉਹ ਮੈਂ ਬਹੁਤ ਵਾਰ ਇਸ ਗੱਲ ਨੂੰ ਬੋਲਦਾ ਹੁੰਦਾ ਮੈਂ, ਕਿਉਂਕਿ ਅਸੀਂ ਵੀ ਉਹਨਾਂ ਘਰਾਂ 'ਚ ਹੀ ਵੱਡੇ ਹੋਏ ਹਾਂ। ਸਾਡੇ ਮਾਂ ਪਿਓ ਸਾਨੂੰ ਹਰ ਮਹੀਨੇ ਦੇ ਵਿੱਚ ਇੱਕ ਅੱਧੀ ਵਾਰ ਤੇ ਇਹ ਗੱਲ ਸੁਣਾ ਜਾਂਦੇ ਵੀ ਤੁਹਾਡੇ ਲਈ ਕਰਦੇ ਪਏ ਆ। ਗਾਂ ਸਾਡੇ ਬੱਚਿਆਂ ਨੂੰ ਅਸੀਂ ਕਹਾਂਗੇ ਵੀ ਤੁਹਾਡੇ ਲਈ ਕਰਦੇ ਪਏ ਆ। ਪ੍ਰੋਬਲਮ ਸਾਡੀ ਹੈ ਵੀ ਆਪਣੇ ਲਈ ਇੱਥੇ ਕੋਈ ਵੀ ਨਹੀਂ ਕਰਕੇ ਜਾਂਦਾ, ਹਾਲਾਂਕਿ ਕਰਦੇ ਸਾਰੇ ਥੱਕ ਜਾਂਦੇ ਨੇ, ਥੱਕ ਗਏ ਨੇ ਨਾ। ਅਗਲੇ ਮੂਏ ਸੇ ਪਾਛੈ ਪਰੇ, ਜਿਉ ਉਬਰੇ ਸੋ ਬੰਦ ਲੱਕ ਖਰੇ। ਕਹਿੰਦੇ ਇਕੱਠੇ ਕਰਦੇ ਕਰਦੇ ਸਾਡੇ ਵੱਡੇ ਜਿਹੜੇ ਸੀ, ਸਾਡੇ ਵਹਿੰਦੇ ਤੇ ਚਲੇ ਗਏ ਨੇ, ਕਿ ਉਹ ਵਿਹਲੇ ਬੈਠੇ ਰਹੇ ਸੀ? ਕਿੰਨੀ ਕਮਾਈ ਕੀਤੀ ਉਹਨਾਂ ਨੇ। ਹੁਣ ਅਸੀਂ ਕਹਿੰਦੇ ਲੱਕ ਬੰਨ ਲਿਆ ਹੈ, ਕਮਰ ਕੱਸਾ ਕਰ ਲਿਆ ਵੀ ਅਸੀਂ ਵੀ ਉਹਨਾਂ ਦੇ ਵਾਂਗੂ ਕਰਨਾ। ਉਨ ਤੇ ਦੁੱਗਣ ਦਿੜੀ ਉਨਮਾਏ। ਕੀ ਹੋਇਆ ਹੈ? ਜੇ ਧੰਦੇ ਮੈਂ ਉਹ ਲਪਟਾਏ, ਉਨ ਤੇ ਦੁੱਗਣ ਦਿੜੀ ਉਨਮਾਏ। ਵੀ ਜਿਹੜੇ ਧੰਦੇ ਦੇ ਵਿੱਚ ਸਾਡੇ ਵੱਡੇ ਲੱਗ ਕੇ ਚਲੇ ਗਏ ਨੇ ਨਾ, ਅਸੀਂ ਪਤਾ ਕਿੱਥੋਂ ਗੱਲ ਸ਼ੁਰੂ ਕਰਦੇ ਹਾਂ? ਤੁਸੀਂ ਕਾਹਦੀਆਂ ਕਮਾਈਆਂ ਕੀਤੀਆਂ? 20 ਸਾਲ ਤੁਸੀਂ ਕਮਾਇਆ, ਤੁਸੀਂ ਇੰਨਾ ਨਹੀਂ ਇਕੱਠਾ ਕਰ ਸਕੇ। ਵੇਖੋ ਮੈਂ 2 ਨੌਕਰੀਆਂ ਦੇ 2 ਤਨਖਾਹਾਂ ਮਿਲੀਆਂ ਨੇ ਤੇ ਵੇਖੋ ਤੁਹਾਡੇ ਜਿੰਨਾ ਮੈਂ ਕਮਾ ਲਿਆ। ਆਹ ਵੇਖੋ ਗੁਰੂ ਅਰਜਨ ਸਾਹਿਬ ਮਹਾਰਾਜ ਨੇ ਸ਼ਬਦ ਸਾਹਮਣੇ ਰੱਖਿਆ, ਉਨ ਤੇ ਦੁੱਗਣ ਦਿੜੀ ਉਨਮਾਏ। ਬੱਚਿਆਂ ਦਾ ਬਹੁਤਿਆਂ ਘਰਾਂ 'ਚ ਮਿਹਣਾ ਹੀ ਇਹ, ਤੁਸੀਂ ਕੀ ਕਮਾਇਆ, ਤੁਹਾਨੂੰ ਅਸੀਂ ਦੱਸਾਂਗੇ ਕਿੱਦਾਂ ਕਮਾਈਦਾ। ਸਤਿਗੁਰੂ ਕਹਿੰਦੇ ਆ ਵੇਖੋ ਦੁੱਗਣੀ ਮਾਇਆ ਚੰਬੜੀ ਹੋਈ ਇਹਨਾਂ ਨੂੰ, ਕੀ ਕਰਨਗੇ? ਦੁਨੀਆ ਇਦਾਂ ਵੀ ਵੇਖੀ ਜਾ ਸਕਦੀ ਹੈ, ਸੋਚ ਕੇ ਵੇਖਿਓ ਭਲਾ। ਇਹ ਦੁਨੀਆ ਦੇ ਪਾਸੇ ਬੋਲੇ ਨੇ ਸਤਿਗੁਰੂ ਨੇ। ਇੱਕ ਹੋਰ ਜਿਹੜੀ ਮੈਂ ਗੱਲ ਕਹਿਣੀ ਹੈ ਫਿਰ ਅਸੀਂ ਵੇਖਾਂਗੇ। ਇੰਨੀ ਨੇਤਰੀ ਜਗਤ ਨੇ ਹਾਲਿਆ, ਅਸੀਂ ਸੰਸਾਰ ਨੂੰ ਕਿਸ ਵਿਜ਼ਨ ਦੇ ਨਾਲ ਵੇਖਦੇ ਹਾਂ? ਸਾਡਾ ਸੰਸਾਰ ਨੂੰ ਵੇਖਣਾ ਕੀ ਹੈ? ਦਾਤਾਰ ਉੱਥੇ ਗੱਲ ਕਰਦੇ ਨੇ ਕਿ ਵੇਖੋ ਜਦੋਂ ਸਾਨੂੰ ਹੋਸ਼ ਆਉਂਦੀ ਹੈ ਉਦੋਂ ਤੋਂ ਅਸੀਂ ਕਮਾਉਣਾ ਸ਼ੁਰੂ ਕਰਦੇ ਹਾਂ, ਅੰਤ ਤੱਕ ਕਮਾਉਂਦੇ ਰਹਿੰਦੇ ਹਾਂ, ਕਮਾਉਂਦੇ ਰਹਿੰਦੇ ਹਾਂ। ਬੁਰਾ ਨਾ ਬਣਾਇਓ ਗੱਲ, ਥੋੜ੍ਹਾ ਜਿਹਾ ਧਿਆਨ ਦੇ ਨਾਲ ਸੋਚਿਓ। ਫਿਰ ਕੀ ਹੁੰਦਾ ਹੈ? ਇੱਕ ਦਿਨ ਇੱਦਾਂ ਦਾ ਆਉਂਦਾ ਵੀ ਸਾਡੇ ਨਾਂ ਦੇ ਤੇ ਸਾਡਾ ਘਰ ਵੀ ਹੁੰਦਾ ਹੈ, ਸਾਡੇ ਨਾਂ ਤੇ ਸਾਡੀ ਗੱਡੀ ਵੀ ਹੁੰਦੀ ਹੈ, ਸਾਡੇ ਨਾਂ ਤੇ ਸਾਡੀ ਜ਼ਮੀਨ ਵੀ ਹੁੰਦੀ ਹੈ, ਸਾਡੇ ਨਾਂ ਤੇ ਸਾਰਾ ਕੁਝ ਹੁੰਦਾ ਹੈ। ਦੁਨੀਆ 'ਚ ਚੱਲਦੇ ਹਾਂ ਤੇ ਇਹ ਜ਼ਰੂਰੀ ਹੈ, ਹੋਣਾ ਵੀ ਚਾਹੀਦਾ ਹੈ। ਪਰ ਕੀ ਹੁੰਦਾ ਹੈ? ਇੱਧਰੋਂ ਥੋੜ੍ਹਾ ਜਿਹਾ ਸਾਹ ਸਾਡਾ ਬਦਲਦਾ ਹੈ। ਜਦੋਂ ਬਾਬਾ ਫਰੀਦ ਕਹਿੰਦੇ ਜਿੰਦ ਨੇ ਮਾਣੀ ਕੱਢੀਏ, ਹੱਡਾਂ ਕੂ ਕੜਕਾਏ, ਤੇ ਉੱਥੇ ਸ਼ਬਦ ਹੈ ਸਾਹੇ ਲਿਖੇ ਨਾ ਚੱਲਣੀ, ਜਿੰਦੂ ਕੂ ਸਮਝਾਏ। ਵੀ ਇਹਨੂੰ ਚੰਗੀ ਤਰ੍ਹਾਂ ਸਮਝਾ ਕੇ ਰੱਖ ਵੀ ਜਿਹੜਾ ਦਿਨ ਨਿਸ਼ਚਿਤ ਹੋ ਗਿਆ ਹੈ ਨਾ, ਇਹ ਫਿਰਨਾ ਨਹੀਂ ਹੈ। ਇਹ ਉਹ ਤਰੀਕ ਨਹੀਂ ਹੈ ਵੀ ਚਲੋ ਕੋਈ ਨਹੀਂ, ਗਾਂ ਅਦਾਲਤ ਹੈ ਵੀ ਅੱਜ ਨਹੀਂ ਤੇ ਜਨਵਰੀ, ਨਹੀਂ ਤੇ ਫਰਵਰੀ ਪੈ ਜਾਏਗੀ, ਫਰਵਰੀ ਨਹੀਂ ਤੇ ਮਾਰਚ ਪੈ ਜਾਏਗੀ। ਮਹਾਰਾਜ ਕਹਿੰਦੇ ਨਹੀਂ, ਸਾਹੇ ਲਿਖੇ ਨਾ ਚੱਲਣੀ, ਇਹ ਨਹੀਂ ਫਿਰਦੇ। ਹੁਣ ਕੀ ਹੋਇਆ ਵੀ ਇੰਨੀਆਂ ਲੰਮੀਆਂ ਮਿਹਨਤਾਂ ਕੀਤੀਆਂ, ਚੈਨ ਵੀ ਗਵਾ ਲਿਆ, ਸੁੱਖ ਵੀ ਗਵਾ ਲਿਆ, ਤੇ ਹਾਏ ਅੰਤ ਨੂੰ ਇੱਕ ਦਿਨ ਇੱਦਾਂ ਦਾ ਆ ਜਾਣਾ ਵੀ ਵਹਿੰਦਿਆਂ ਵਹਿੰਦਿਆਂ ਹੱਥੋਂ ਹੀ ਸਾਰਾ ਕੁਝ ਚਲੇ ਜਾਣਾ। ਬਾਬਾ ਕਬੀਰ ਇਹਨੂੰ ਇੱਦਾਂ ਕਹਿੰਦੇ ਨੇ, ਕਹਾ ਭਇਓ ਦਰ ਬੰਨ੍ਹਦੇ ਹਾਥੀ। ਚੀਜ਼ਾਂ ਗੇਟ ਦੇ ਅੱਗੇ ਲੱਗੀਆਂ ਰਹਿ ਜਾਂਦੀਆਂ ਨੇ। ਕਹਾ ਭਇਓ ਦਰ ਬੰਨ੍ਹਦੇ ਹਾਥੀ। ਕੀ ਹੋਇਆ? ਖਿਨ ਮੈਂ ਭਈ ਪਰਾਈ। ਵਹਿੰਦਿਆਂ ਵਹਿੰਦਿਆਂ ਹੀ ਪਰਾਈ ਹੋ ਗਈ ਸਾਡੇ ਲਈ ਇਹ ਜ਼ਿੰਦਗੀ। ਅਸੀਂ ਦੁਨੀਆ ਨੂੰ ਇੱਦਾਂ ਵੇਖਦੇ ਨਹੀਂ, ਅਸੀਂ ਤੇ ਕਹਿੰਦੇ ਹਾਂ ਨਹੀਂ ਸਾਰਾ ਕੁਝ ਤੇ ਸਾਡੇ ਨਾਲ ਹੀ ਹੈ। ਸਾਨੂੰ ਪਤਾ ਨਹੀਂ ਲੱਭਣਾ, ਇੰਨੇ ਕਿ ਅਸੀਂ ਸਮਝਦਾਰ ਹਾਂ, ਪਰ ਇਹਦੇ ਤੋਂ ਵੱਧ ਵੀ ਸਮਝਦਾਰ ਨਹੀਂ, ਅਸੀਂ ਫਿਰ ਵੀ ਉਸ ਪਾਸੇ ਲੱਗਦੇ। ਕਿੰਨੀ ਕੁ ਸਾਡੀ ਪਕੜ ਇਸ ਚੀਜ਼ ਤੇ ਹੋ ਜਾਂਦੀ ਹੈ। ਮਹਾਰਾਜ ਕਹਿੰਦੇ ਜਿਨ ਕਰ ਉਪਦੇਸ਼ ਗਿਆਨ ਅੰਜਨ ਦੀਆ, ਗੁਰੂ ਨੇ ਸਮਝ ਦਿੱਤੀ ਉਹ ਦੁਨੀਆ ਨੂੰ ਕਿੱਦਾਂ ਵੇਖਦੇ ਪਏ, ਜਿਹਨੂੰ ਵੇਖਣ ਦੀ ਜਾਚ ਸਿੱਖੋ। ਵੀ ਜੇ ਤੇ ਬਾਕੀਆਂ ਦੇ ਵਾਂਗੂ ਰੁੜ ਕੇ ਹੀ ਜਾਣਾ ਹੈ ਤੇ ਫਿਰ ਤੇ ਠੀਕ ਹੈ, ਵੇਖਣ ਦੀ ਲੋੜ ਹੀ ਨਹੀਂ ਹੈ। ਪਰ ਗੁਰੂ ਦੇ ਕੋਲ ਆਉਣ ਦਾ ਸਾਡਾ ਬਾਕੀਆਂ ਦੇ ਨਾਲੋਂ ਥੋੜੀ ਦ੍ਰਿਸ਼ਟੀ ਤੇ ਵੱਖਰੀ ਹੋਵੇ। ਜਿਹੋ ਜੀ ਭੁੱਖ ਬਾਕੀਆਂ ਨੂੰ ਲੱਗੀ, ਜਿਹੋ ਜੀ ਭੁੱਖ ਸਾਨੂੰ ਲੱਗੀ ਹੈ, ਤੇ ਕੀ ਅਸੀਂ ਗੁਰੂ ਦੇ ਕੋਲ ਆ ਕੇ ਬੈਠੇ ਹੋਏ ਹਾਂ? ਜਿਹੋ ਜਿਹੀਆਂ ਗੱਲਾਂ ਦੂਸਰੇ ਕਰਦੇ ਨੇ ਵੀ ਉੱਥੇ ਆ ਹੋ ਗਿਆ, ਇੱਥੇ ਦੁਨੀਆਦਾਰੀ ਸੁਰਤ ਦੇ ਵਿੱਚ ਫਸੀ ਹੋਈ ਹੈ, ਸਾਡੀ ਸੁਰਤ ਦੇ ਵਿੱਚ ਵੀ ਦੁਨੀਆਦਾਰੀ ਫਸੀ ਹੈ, ਤੇ ਕੀ ਅਸੀਂ ਗੁਰੂ ਦੇ ਕੋਲ ਬੈਠੇ ਹਾਂ? ਕੁਝ ਨਹੀਂ ਬੈਠੇ ਅਸੀਂ। ਕੀ ਅਸੀਂ ਉਹਦੇ ਤੋਂ ਬਲਿਹਾਰ ਚਲੇ ਜਾਵਾਂਗੇ? ਮਹਾਰਾਜ ਕਹਿੰਦੇ ਜਿਨ ਕਰ ਉਪਦੇਸ਼ ਗਿਆਨ ਅੰਜਨ ਦੀਆ, ਇੰਨੀ ਨੇਤਰੀ ਜਗਤ ਨੇ ਹਾਲਿਆ,
ਇਹਨਾਂ ਨੇਤਰਾਂ ਦੇ ਨਾਲ ਦੁਨੀਆ ਵੇਖੀ ਹੈ। ਅੱਖਾਂ ਖੋਲਣ ਤੋਂ ਬਾਅਦ, ਵੈਸੇ ਜਿੱਦਾਂ ਅਸੀਂ ਕਹਿੰਦੇ ਹੁੰਦੇ ਨਾ ਵੀ ਘਰ ਦੇ ਵਿੱਚ ਕਿਸੇ ਬੱਚੇ ਨੂੰ ਭੇਜਿਆ ਵੀ ਜਾ ਉਹ ਟੇਬਲ ਦੇ ਉੱਤੇ ਆ ਚੀਜ਼ ਪਈ ਹੈ ਤੇ ਜਾ ਲੈ ਕੇ ਆ, ਤੇ ਉਹਨੂੰ ਕਹੇ ਵੀ ਨਹੀਂ ਮੈਨੂੰ ਨਜ਼ਰ ਹੀ ਨਹੀਂ ਆਉਂਦੀ, ਫਿਰ ਆਪਾਂ ਕੀ ਕਹਿੰਦੇ ਵੀ ਅੱਖਾਂ ਖੋਲ ਕੇ ਵੇਖ। ਪਹਿਲਾਂ ਵੀ ਤਾਂ ਅੱਖਾਂ ਖੋਲ ਕੇ ਵੇਖਦਾ ਪਿਆ ਹੈ। ਅੱਖਾਂ ਖੋਲ ਕੇ ਵੇਖਣ ਦਾ ਮਤਲਬ ਚੰਗੀ ਤਰ੍ਹਾਂ ਇਹਨੂੰ ਸਮਝ, ਚੰਗੀ ਤਰ੍ਹਾਂ ਵੇਖ। ਦੁਨੀਆ ਨੂੰ ਇਦਾਂ ਵੀ ਵੇਖਣ ਦੀ ਕੋਸ਼ਿਸ਼ ਕਰੀਏ, ਐਵੇਂ ਨਾ ਵੀ ਜਿੱਦਾਂ ਬਾਕੀ ਤੁਰੇ ਜਾਂਦੇ ਨੇ। ਹਜ਼ੂਰ ਕਹਿੰਦੇ ਨੇ ਵੀ ਉਹ ਗਾਡੇ ਲਾਦੇ ਸ਼ਾਰ ਵਾਲੀ ਗੱਲ ਹੈ ਵੀ ਸਵਾਹ ਦੇ ਗੱਡੇ ਲੱਦੇ ਨੇ, ਤੁਰੇ ਜਾਂਦੇ ਨੇ ਬਸ। ਨਾਨਕ ਦੁਨੀਆ ਪਸ ਰੰਗ ਪਸੂ ਹੂ ਪਸ ਖੇ, ਪਸੋ ਪਸ ਘੁਮਾਵਣੀ ਪੀ ਪਸ ਭਰੀ ਇਸ ਦੇ। ਮਹਾਰਾਜ ਕਹਿੰਦੇ ਬਸ ਪਹਿਲਾਂ ਤੇ ਅੰਦਰ ਸਵਾਹ ਹੈ, ਲੱਕੜਾਂ ਨੂੰ ਅੱਗ ਲੱਗੀ ਵੇਖੋ ਕੀ ਨਿਕਲਣਾ ਸਾਡੇ ਵਿੱਚੋਂ, ਸਵਾਹ ਨਿਕਲਣੀ। ਤੇ ਕਹਿੰਦੇ ਫਿਰ ਉਤੋਂ ਕੰਮ ਇਹੋ ਜਿਹੇ ਕਰੀ ਜਾਂਦੇ ਆ ਵੀ ਅੰਦਰ ਫੇਰ ਮਨ 'ਚ ਸਵਾਹ ਭਰੀ ਜਾਂਦੀ ਹੈ। ਤੇ ਬਸ ਬਾਹਰ ਦੀ ਸਵਾਹ ਇਕੱਠੀ ਕਰੀ ਜਾਂਦੇ ਆ, ਅੰਦਰ ਦੀ ਸਵਾਹ ਮਿਲੀ ਜਾਂਦੀ ਹੈ। ਤੇ ਬਸ ਇਹੋ ਜ਼ਿੰਦਗੀ ਹੈ ਸਾਡੀ। ਅਸੀਂ ਦੁਨੀਆ ਨੂੰ ਇਦਾਂ ਵੇਖਿਆ ਹੀ ਨਹੀਂ ਕਦੀ। ਇੰਨੀ ਨੇਤਰੀ ਜਗਤ ਨੇ ਹਾਲਿਆ ਤੇ ਉਹਦੇ ਵਿੱਚ ਇੱਕ ਗੱਲ ਸਭ ਤੋਂ ਪਹਿਲਾਂ ਸਮਝ ਆਈ ਹੈ, ਖਸਮ ਛੋੜ ਦੂਜਾ ਲੱਗੇ। ਜਿਨ੍ਹਾਂ ਦਾ ਧਿਆਨ ਰੱਬ ਦੇ ਵੱਲੋਂ ਹਟ ਕੇ ਹੋਰ ਜਿਹੜੀ ਚੀਜ਼ ਮਰਜ਼ੀ ਹੈ ਉਧਰ ਲੱਗ ਗਿਆ ਹੈ, ਇਹੀ ਪਰਿਵਾਰ ਹੈ ਜਿਹੜਾ ਬੰਦਗੀ ਕਰਵਾ ਵੀ ਸਕਦਾ ਹੈ। ਇਹੀ ਪਰਿਵਾਰ ਹੈ ਧੋਖੇ ਵੀ ਕਰਵਾ ਸਕਦਾ ਹੈ। ਇਹੀ ਨੌਕਰੀ ਹੈ ਜਿਹੜੀ ਗੁਰਮੁਖ ਬਣਾ ਸਕਦੀ ਹੈ, ਤੇ ਇਹੀ ਨੌਕਰੀ ਹੈ ਜਿਹੜੇ ਸਿਰੇ ਦੇ ਪਾਪੀ ਬਣਾ ਸਕਦੀ ਹੈ। ਉਹੀ ਚੀਜ਼ ਹੈ, ਸਮਝ ਲਓ ਵੀ ਉਸੇ ਦਰਿਆ ਦੇ ਵਿੱਚ ਪਾਰ ਹੋਣਾ ਤੇ ਉਸੇ ਦਰਿਆ ਦੇ ਵਿੱਚ ਡੁੱਬਣਾ ਹੈ। ਇਦਾਂ ਤੇ ਕਦੀ ਹੁੰਦਾ ਨਹੀਂ ਨਾ ਵੀ ਅਸੀਂ ਕਹੀਏ ਵੀ ਅਸੀਂ ਬੇੜੀ ਚਲਾਉਣੀ ਨਹੀਂ, ਬੇੜੀ ਸੜਕ ਤੇ ਕਦੀ ਚੱਲੇਗੀ ਨਹੀਂ। ਬੇੜੀ ਜਦੋਂ ਵੀ ਚੱਲੇਗੀ ਦਰਿਆ ਦੇ ਵਿੱਚ ਹੀ ਚੱਲੇਗੀ। ਮਹਾਰਾਜ ਕਹਿੰਦੇ ਨੇ ਵੀ ਸੰਸਾਰ ਸਮੁੰਦਰ ਨੂੰ ਤਰਨਾ ਹੀ ਹੈ। ਜਿਹੜੇ ਤਾਂ ਤਰਦੇ ਹੀ ਨਹੀਂ ਪਏ ਉਹ ਤਾਂ ਡਰ ਗਏ। ਉਹ ਤਾਂ ਫਿਰ ਗੁਰੂ ਸਾਹਿਬ ਤੋਂ ਪਹਿਲਾਂ ਬੜੇ ਲੋਕ ਇਦਾਂ ਦੇ ਹੈ ਸੀ। ਮਹਾਰਾਜ ਕੀ ਕਹਿੰਦੇ, ਨਹੀਂ, ਜਾਣਾ ਵੀ ਹੈ ਪਰ ਪਾਰ ਵੀ ਹੋਣਾ ਹੈ। ਪਰ ਇਸ ਗੱਲ ਨੂੰ ਪੱਕਾ ਸੋਚ ਕੇ ਵੇਖ ਲਿਓ, ਜਿਨ੍ਹਾਂ ਨੇ ਮਾਲਕ ਦਾ ਆਸਰਾ ਛੱਡਤਾ ਹੈ ਇਸ ਸੰਸਾਰ ਦੇ ਵਿੱਚ ਵਿਚਰਨ ਦੇ ਲਈ, ਵੀ ਸਾਨੂੰ ਰੱਬ ਦੀ ਕੀ ਲੋੜ ਹੈ। ਮਹਾਰਾਜ ਕਹਿੰਦੇ ਤੁਹਾਡੇ ਵਹਿੰਦਿਆਂ ਡੁੱਬੇ ਜਾਣਗੇ, ਤੁਹਾਡੇ ਵਹਿੰਦਿਆਂ। ਤੁਸੀਂ ਸ਼ਬਦ ਪੜ੍ਹਦੇ ਜੇ ਚੋਦਰ ਦੇ ਅੰਦਰ, ਤਿਤ ਸਰਵਰੜੈ ਭਈ ਲੈ ਨਿਵਾਸਾ ਪਾਣੀ ਪਾਵਕ ਤਿਨ ਹੈ ਕੀਆ, ਪੰਕਜ ਮੋਹ ਪਗ ਨਹੀਂ ਚਾਲੈ ਹਮ ਦੇਖਾ ਤਾਂ ਡੂਬੀ ਅਲੇ। ਮਹਾਰਾਜ ਕਹਿੰਦੇ ਮੈਂ ਵੇਖਦਾ ਹਾਂ ਇਹਨਾਂ ਅੱਖਾਂ ਦੇ ਨਾਲ ਲੋਕੀ ਵਹਿੰਦਿਆਂ ਹੀ ਡੁੱਬੀ ਜਾਂਦੇ ਨੇ, ਔਰ ਲੋਕਾਂ ਨੂੰ ਲੱਗਦਾ ਅਸੀਂ ਤਰਦੇ ਪਏ ਹਾਂ। ਖਸਮ ਛੋੜ ਦੂਜੈ ਲੱਗੇ ਡੁੱਬੇ ਸੇਵਣ ਜਾ ਰਿਹਾ। ਸਤਿਗੁਰੂ ਕਹਿੰਦੇ ਉਹ ਵਪਾਰ ਕਰਨ ਵਾਲੇ ਡੁੱਬ ਗਏ ਜਿਨ੍ਹਾਂ ਦਾ ਧਿਆਨ ਰੱਬ ਦੇ ਵੱਲ ਘੱਟ ਹੈ ਤੇ ਚੀਜ਼ਾਂ ਦੇ ਵੱਲ ਜ਼ਿਆਦਾ ਹੈ। ਵੇਂਦਿਆਂ ਵੇਂਦਿਆਂ ਨਾ ਅਸੀਂ ਤੁਸੀਂ ਇੱਕ ਨੈਚੁਰਲ ਹਾਲਤ ਹੈ ਸਾਡੀ ਮੁੱਠ ਦੀ, ਸਾਡੇ ਹੱਥ ਦੀ ਜਿਹੜੀ ਨਾ ਇੱਕ ਆਦਤ ਹੈ, ਅਸੀਂ ਇਹਨੂੰ ਕਦੀ ਵੀ ਇਦਾਂ ਬੰਦ ਨਹੀਂ ਕਰਕੇ ਰੱਖ ਸਕਦੇ। ਜਦੋਂ ਵੀ ਇਹਦੀ ਹਾਲਤ ਹੋਵੇਗੀ ਖੁੱਲੀ ਹੋਵੇਗੀ। ਇਹਦਾ ਮਤਲਬ ਕੀ ਹੈ? ਸਿਰਫ ਇੰਨਾ ਕਿਤੇ ਹੈ ਵੀ ਅਸੀਂ ਕਿਸੇ ਚੀਜ਼ ਨੂੰ ਫੜ ਕੇ ਇਹਨੂੰ ਬੰਦ ਕਰਨ ਦੀ ਕੋਸ਼ਿਸ਼ ਕਰਦੇ ਹਾਂ, ਇਹ ਸਾਨੂੰ ਫਿਰ ਕਹਿੰਦਾ ਵੀ ਨਹੀਂ ਇਹ ਰਿਲੈਕਸ ਤਾਂ ਹੀ ਹੋਣਾ ਹੈ, ਇਹਨੂੰ ਥੋੜਾ ਜਿਹਾ ਢਿੱਲਾ ਰੱਖ, ਇਹਨੂੰ ਛੱਡਣ ਦੀ ਕੋਸ਼ਿਸ਼ ਕਰ। ਮਹਾਰਾਜ ਨੇ ਵੰਡ ਛਕੋਂ ਐਵੇਂ ਨਹੀਂ ਸੀ ਕਿਹਾ। ਸਤਿਗੁਰੂ ਨੂੰ ਪਤਾ ਸੀ ਵੀ ਹੱਥੋਂ ਛੱਡਿਆਂ ਸੁੱਖ ਆਉਂਦਾ ਹੈ, ਹੱਥ ਦੇ ਵਿੱਚ ਫੜਾਂਗੇ ਤੇ ਜੇ ਲੱਖ ਰੁਪਈਏ ਦਾ ਵੀ ਸਾਡੇ ਕੋਲ ਫੋਨ ਹੈ ਨਾ ਤੇ ਸਾਰਾ ਦਿਨ ਹੱਥ 'ਚ ਫੜਨਾ ਵਜੇ ਹੱਥ ਪੀੜ ਕਰਨ ਲੱਗ ਪੈਂਦਾ। ਇਹ ਪ੍ਰੋਬਲਮ ਹੈ ਦੁਨੀਆ ਦੀ। ਪਰ ਦੁਨੀਆ ਇਦਾਂ ਕੌਣ ਵੇਖਦਾ? ਖਸਮ ਛੋੜ ਦੂਜੇ ਲੱਗੇ ਡੁੱਬੇ ਸੇ ਵਣਜਾਰਿਆ। ਸਤਿਗੁਰੂ ਹੈ ਬੋਹਿਥਾ। ਬੋਹਿਥਾ ਦਾ ਮਤਲਬ ਹੁੰਦਾ ਹੈ ਜਹਾਜ਼। ਗੁਰ ਜਹਾਜ਼ ਖੇਵਟ ਗੁਰੂ ਗੁਰਬਿਨ ਤਰਿਓ ਨਾ ਕੋਏ। ਸਤਿਗੁਰੂ ਹੈ ਬੋਹਿਥਾ ਵਿਰਲਾ ਕਿਨੈ ਵਿਚਾਰਿਆ। ਕਿਸੇ ਵਿਰਲੇ ਨੇ ਇਸ ਗੱਲ ਨੂੰ ਸਮਝਿਆ ਹੈ ਵੀ ਗੁਰੂ ਹੈ ਕੀ ਹੈ। ਨਹੀਂ ਤੇ ਬਹੁਤਿਆਂ ਲਈ ਤੇ ਗੁਰੂ ਇਹੋ ਹੀ ਹੈ ਵੀ ਮਹਾਰਾਜ ਸਤਿਯੁਗ ਕਿੱਦਾਂ ਸੀ ਤੇ ਕਲਯੁਗ ਕਿੱਦਾਂ ਸੀ, ਮਹਾਰਾਜ ਕਿਹੜਾ ਦੇਵਤਾ ਕਿਵੇਂ ਦਾ ਤੇ ਕਿਹੜਾ ਦੇਵਤਾ ਕਿਵੇਂ ਦਾ। ਲੋਕਾਂ ਦੇ ਸਵਾਲ ਵੇਖਿਓ ਤੁਸੀਂ, ਕਿਹੜੇ ਧਾਰਮਿਕ ਜ਼ਿੰਦਗੀ ਦੇ ਸਵਾਲ ਪੁੱਛਦੇ ਨੇ ਤੇ ਕਿੰਨੀ ਤਰੀਕ ਨੂੰ ਗੁਰਪੁਰਬ ਹੈ, ਸੋਚ ਕੇ ਵੇਖਿਓ। ਮੈਂ ਕਹਿੰਦਾ ਹਾਂ ਵੀ 5 ਨੂੰ ਵੀ ਹੋਵੇ ਜਾਂ 20 ਨੂੰ ਵੀ ਹੋਵੇ, ਤੁਸੀਂ ਸੋਚ ਕੇ ਵੇਖਿਓ ਜਿਹੋ ਜਿਹਾ 5 ਨੂੰ ਉਹੋ ਜਿਹਾ ਸਾਡਾ 20 ਨੂੰ। ਕੀ ਅਸੀਂ ਵੱਧ ਘੱਟ ਮਨਾਵਾਂਗੇ? ਡੇਟ ਫਿਕਸ ਹੋਣੀ ਚਾਹੀਦੀ ਹੈ, ਬੜੀ ਵਧੀਆ ਗੱਲ ਹੈ। ਪਰ ਉਹੀ ਨਗਰ ਕੀਰਤਨ 5 ਨੂੰ ਤੇ ਉਹੀ ਨਗਰ ਕੀਰਤਨ 20 ਨੂੰ, ਉਹੀ ਲੰਗਰ 5 ਨੂੰ ਉਹੀ ਲੰਗਰ 20 ਨੂੰ, ਨਗਰ ਕੀਰਤਨ ਤੇ ਉਹੀ ਲੰਗਰ। ਸਾਡੇ ਲਈ ਤੇ ਜਦੋਂ ਮਕਸਦ ਹੀ ਜਿਹੜਾ ਹੈ ਉਹ ਲੰਗਰ ਤੇ ਬਸ ਪ੍ਰਭਾਤ ਫੇਰੀਆਂ ਰਹਿ ਗਿਆ ਹੈ, ਤੇ ਫਿਰ ਗੁਰਪੁਰਬ ਜਿੰਨੀ ਮਰਜ਼ੀ ਤਰੀਕ ਨੂੰ ਵਾਜੇ ਸਾਨੂੰ ਕੀ ਲੱਗੇ। ਇਸ ਕਰਕੇ ਇਹਨੂੰ ਬੜੇ ਧਿਆਨ ਦੇ ਨਾਲ ਸਮਝਣ ਵੀ ਗੁਰੂ ਕੀ ਹੈ, ਜਿਹਦਾ ਗੁਰਪੁਰਬ ਮਨਾ ਰਹੇ ਹਾਂ ਉਹ ਕੀ ਹੈ। ਤਰੀਕਾਂ ਦਾ ਕੰਮ ਇਤਿਹਾਸਕਾਰਾਂ ਦਾ ਹੈ, ਉਹਨਾਂ ਦਾ ਫਰਜ਼ ਬਣਦਾ ਹੈ, ਕੈਲੰਡਰ ਵਾਲਿਆਂ ਦਾ ਫਰਜ਼ ਬਣਦਾ ਹੈ, ਡੇਟ ਫਿਕਸ ਹੋਣੀ ਚਾਹੀਦੀ ਹੈ, ਇਹ ਪੱਕੀ ਗੱਲ ਹੈ। ਪਰ ਨਾਲ ਮੈਂ ਇਹ ਵੀ ਕਹਿ ਦੇਵਾਂ, ਜਿੱਦਣ ਡੇਟ ਫਿਕਸ ਹੋ ਗਈ ਅਸੀਂ ਫਿਰ ਕਿਹੜੀ ਗੱਲ ਸ਼ੁਰੂ ਕਰਾਂਗੇ? ਉਹ ਗੱਲ ਹੁਣ ਕਿਉਂ ਨਹੀਂ ਸ਼ੁਰੂ ਕਰਨੀ ਚਾਹੀਦੀ ਸਾਨੂੰ? ਇਸ ਕਰਕੇ ਦਾਤਾਰ ਕਹਿੰਦੇ ਸਤਿਗੁਰੂ ਹੈ ਬੋਹਿਥਾ ਵਿਰਲਾ ਕਿਨੈ ਵਿਚਾਰਿਆ। ਗੁਰੂ ਗੋਬਿੰਦ ਸਿੰਘ ਕੀ ਹੈ? ਇਹ ਵਿਰਲਿਆਂ ਨੂੰ ਸਮਝ ਆਉਂਦੀ ਹੈ, ਉਹਦੇ ਤਰੀਕਾਂ ਤੋਂ ਸਾਰੇ ਲੜੀ ਜਾਂਦੇ ਨੇ। ਸਤਿਗੁਰੂ ਹੈ ਬੋਹਿਥਾ ਵਿਰਲਾ ਕਿਨੈ ਵਿਚਾਰਿਆ, ਕਰ ਕਿਰਪਾ ਪਾਰ ਉਤਾਰਿਆ। ਉਸ ਗੁਰੂ ਨੇ ਕਿਰਪਾ ਕਰਕੇ ਤੇ ਮੈਨੂੰ ਇਸ ਸੰਸਾਰ ਤੋਂ ਪਾਰ ਕਰ ਦਿੱਤਾ ਹੈ। ਮੁੱਖ ਵਿਚਾਰ ਜਿਹੜੀ ਇਹ ਹੈ, ਪਹਿਲਾਂ ਸਤਿਗੁਰੂ ਦਿਲ ਨੂੰ ਚੰਗਾ ਲੱਗੇ। ਤੇ ਮੈਂ ਕਹਿ ਦੇਵਾਂ
ਦਿਲ ਨੂੰ ਚੰਗਾ ਇਹਨਾਂ ਕਥਾ ਤੋਂ ਨਹੀਂ ਜੇ ਲੱਗਣਾ, ਸ਼ਾਇਦ ਕਿਤੇ ਥੋੜੀ ਬਹੁਤੀ ਗੱਲ ਬਣ ਜਾਵੇ ਵੀ ਚਲੋ ਸਾਨੂੰ ਪਤਾ ਲੱਗ ਗਿਆ ਤੇ ਥੋੜਾ ਜਿਹਾ ਤੁਹਾਨੂੰ ਦੱਸ ਦਿੱਤਾ ਤੇ ਚੰਗਾ ਲੱਗਣ ਲੱਗ ਪਿਆ। ਦਿਲ ਤੋਂ ਚੰਗਾ ਲੱਗਦਾ ਹੈ ਉਹਨਾਂ ਵੱਲ ਵੇਖ ਕੇ ਜਿਹੜੇ ਬੰਦੇ ਗੁਰਦੁਆਰਿਆਂ ਵਿੱਚ ਸੇਵਾ ਕਰਦੇ ਨੇ, ਨਿਸ਼ਕਾਮ ਹੋ ਕੇ ਸੇਵਾ ਕਰਦੇ ਨੇ। ਜਿਨ੍ਹਾਂ ਬੰਦਿਆਂ ਦੇ ਵੱਲ ਵੇਖ ਕੇ ਲੱਗਦਾ ਵੀ ਇਹਨਾਂ ਦੇ ਅੰਦਰ ਸਤਿਗੁਰੂ ਬੋਲਦਾ ਪਿਆ ਹੈ, ਜਿਹਨੂੰ ਗੁਰਬਾਣੀ ਕਹਿੰਦੀ ਗੁਰਸਿੱਖਾਂ ਅੰਦਰ ਸਤਿਗੁਰ ਵਰਤੈ, ਜਿਨ੍ਹਾਂ ਦੇ ਅੰਦਰ ਸਤਿਗੁਰੂ ਵਰਤਦਾ ਪਿਆ ਹੈ, ਉਹਨਾਂ ਨੂੰ ਵੇਖੀਏ ਆਪਣੇ ਆਪ ਹੀ ਗੁਰੂ ਚੰਗਾ ਲੱਗਣ ਲੱਗ ਪੈਂਦਾ ਹੈ। ਪਰ ਜਿਹੜੇ ਇਸ ਗੁਰੂ ਦੇ ਵੱਲ ਨਹੀਂ ਆਉਂਦੇ, ਮਰਦ ਕਹਿੰਦੇ ਹੋਰਲੇ ਪਾਸੇ ਤੁਰੇ ਫਿਰਦੇ ਨੇ, ਉਹਨਾਂ ਦਾ ਫਿਰ ਹਾਲ ਇਹ ਹੈ, ਖਸਮ ਛੋੜ ਦੂਜੇ ਲੱਗੇ ਡੁੱਬੇ ਸੇ ਵਣਜਾਰਿਆ। ਉਹ ਚੰਗੇ ਪੱਲੇ ਵਪਾਰੀ ਹੋਣ ਦੇ ਬਾਵਜੂਦ ਵੀ ਡੁੱਬ ਜਾਂਦੇ ਨੇ। ਇਸ ਕਰਕੇ ਸਤਿਗੁਰੂ ਕਿਰਪਾ ਕਰਨ ਤੇ ਬੜੇ ਧਿਆਨ ਦੇ ਨਾਲ ਇਸ 2 ਸ਼ਲੋਕ ਨੇ ਤੇ ਆ ਪੌੜੀ ਹੈ, ਇਹਨੂੰ ਅਸੀਂ ਸਮਝਣ ਦੀ ਕੋਸ਼ਿਸ਼ ਕੀਤੀ ਹੈ। ਦਾਤਾਰ ਕਿਰਪਾ ਕਰਨ। ਆਪ ਜੀ ਦੇ ਚਰਨਾਂ ਦੇ ਵਿੱਚ ਬੇਨਤੀ ਕਰਦਿਆਂ, ਮੇਰੇ ਪਾਸੋਂ ਬੋਲਦਿਆਂ ਹੋਈਆਂ ਭੁੱਲਾਂ ਦੀ ਖਿਮਾ, ਫਤਿਹ ਨਾਲ ਸਾਂਝ ਪਾਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।